ਗੁਲਾਮੀ ਗਲੋਂ ਲਾਉਣੀ ਹੈ, ਪਹਿਲਾਂ ਆਨੰਦਪੁਰ ਘਰੇ ਵੜ ਜਾਓ ਤੇ ਫਿਰ ਮੋਟਰਸਾਈਕਲ ਇੱਕ ਪਿੰਡ ਵਿੱਚ ਇੱਕ ਤੇ 3 ਸਵਾਰ ਤੇ 3 ਰਿਵਾਲਵਰ ਨਵੇਂ ਲਓ। ਜਿਹੜਾ ਦਾ ਕੇਸ ਮੇਰੇ ਤੇ ਬਣੂ, ਮੇਰੀ ਛਿੱਲ ਲਵੇ, ਬੰਦ ਕੱਟਿਆ ਜਾਵੇ, ਸਾਰਿਆ ਜਾਵਾ, ਮੈਂ ਚੱਲੂਗਾ। ਭਾਗ 7ਵਾਂ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਬਾਰੇ ਜਦੋਂ ਆਪਾਂ ਆਪਣੇ ਜ਼ਿਹਨ ਦੇ ਵਿੱਚ ਕੋਈ ਤਸਵੀਰ ਲੈ ਕੇ ਆਉਂਦੇ ਆ ਤਾਂ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ ਤੇ ਉਸ ਵੇਲੇ ਦੇ ਜਿਹੜੇ 6 ਸਾਲਾਂ ਦਾ ਸਮਾਂ ਉਹ ਸਾਡੇ ਜ਼ਿਹਨ ਦੇ ਵਿੱਚ ਤਸਵੀਰਾਂ ਬਣ ਕੇ ਆਪ ਮੁਹਾਰੇ ਘੁੰਮਣ ਲੱਗਦਾ। ਅਸੀਂ ਆਪਣੇ ਆਪ ਦੇ ਵਿੱਚ ਉਸ ਸਮੇਂ ਦੇ ਨਾਲ ਇੱਕਮਿਕ ਹੋ ਗਏ ਲੱਗਦਾ ਸਾਨੂੰ ਸਾਰਾ ਕੁਝ। ਖਾਸ ਕਰਕੇ ਉਹ ਲੋਕ ਜਿਹੜੇ 1982 ਤੋਂ ਲੈ ਕੇ 1984 ਤੱਕ ਦੇ ਸਮੇਂ ਦੇ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਭਾਵੇਂ ਮੱਥਾ ਟੇਕਣ ਗਏ ਹੋਣ, ਭਾਵੇਂ ਧਰਮੀ ਯੁੱਧ ਮੋਰਚੇ 'ਚ ਗ੍ਰਿਫਤਾਰੀ ਦੇਣ ਗਏ ਹੋਣ ਤੇ ਭਾਵੇਂ ਕਿਸੇ ਨਾ ਕਿਸੇ ਬਹਾਨੇ ਉਸ ਮੋਰਚੇ ਦੇ ਦੌਰਾਨ ਉੱਥੇ ਹਰਿਮੰਦਰ ਸਾਹਿਬ ਗਏ ਹੋਣ, ਜਾਂ ਉਸ ਸਮੇਂ ਦੇ ਦੌਰਾਨ 2 ਸਾਲ ਦੇ ਦੌਰਾਨ 1982 ਤੋਂ ਲੈ ਕੇ 1984 ਤੱਕ ਉਹਨਾਂ ਨੇ ਪੰਜਾਬ ਤੋਂ ਛਪਦੀਆਂ ਜਾਂ ਵਿਦੇਸ਼ਾਂ ਤੋਂ ਜਾਂ ਇੰਡੀਆ ਤੋਂ ਕਿਤੋਂ ਵੀ ਛਪਦੀਆਂ ਅਖਬਾਰਾਂ ਨੂੰ ਪੜ੍ਹਿਆ ਹੋਵੇ, ਖਾਸ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਬਾਰੇ ਜਾਂ ਧਰਮੀ ਯੁੱਧ ਮੋਰਚੇ ਬਾਰੇ ਕੁਝ ਛਪਿਆ ਉਹਨਾਂ ਨੇ ਅਖਬਾਰਾਂ 'ਚ ਪੜ੍ਹਿਆ ਹੋਵੇ, ਤੇ ਉਹ ਲੋਕ ਸਾਰੇ ਜਦੋਂ ਵੀ ਸੰਤ ਜਰਨੈਲ ਸਿੰਘ ਜੀ ਦੀ ਗੱਲ ਚੱਲਦੀ ਹੈ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਆਪ ਮੁਹਾਰੇ ਉਹ ਤਸਵੀਰਾਂ ਘੁੰਮਣ ਲੱਗ ਜਾਂਦੀਆਂ ਨੇ ਉਸ ਵੇਲੇ ਦੀਆਂ। ਫਰਕ ਹੈ, ਮੀਡੀਆ ਨੇ ਉਹਨਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨ ਦੀ ਕੋਈ ਕਮੀ ਨਹੀਂ ਛੱਡੀ ਹੈਗੀ। ਬਹੁਤ ਸਾਰੇ ਸਿੱਖ ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਨੇ ਉਹ ਉਹਨਾਂ ਦੇ ਵਿੱਚ ਨਾਪੱਖੀ ਰੁਚੀਆਂ ਦੇਖਦੇ ਨੇ ਜਿਹੜੀਆਂ ਸਰਕਾਰ ਨੇ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹਨਾਂ ਤੇ ਦਬਾਅ ਹੀ ਇਸ ਤਰੀਕੇ ਨਾਲ ਬਣਾਇਆ ਗਿਆ ਬਾਹਰਲੇ ਸਿੱਖਾਂ ਦੇ ਉੱਤੇ ਕਿ ਜੇਕਰ ਪੰਜਾਬ ਇੰਡੀਆ ਨਾਲੋਂ ਵੱਖ ਹੁੰਦਾ ਜਾਂ ਖਾਲਿਸਤਾਨ ਬਣਦਾ ਤੇ ਤੁਹਾਨੂੰ ਸਿੱਧਾ ਨੁਕਸਾਨ ਹੈ, ਤੇ ਉਹਨਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇੰਦਰਾ ਗਾਂਧੀ ਜਦੋਂ ਮਰਦੀ ਹੈ ਤਾਂ ਇਹੋ ਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਤੇ ਕਿ ਦੇਖ ਲਓ ਹੁਣ ਤੁਸੀਂ, ਤਾਂ ਹੀ ਇੰਨੇ ਵੱਡੇ ਪੱਧਰ ਦੇ ਕਤਲੋਗਾਰਤ ਹੁੰਦੀ ਹੈ ਨਾ, ਸਬਕ ਸਿਖਾਉਣ ਲਈ ਕਿ ਆਉਣ ਵਾਲੀਆਂ ਜਿਹੜੀਆਂ ਕਿੰਨੀਆਂ ਸਦੀਆਂ ਤੱਕ ਇਹ ਘੱਲੂਘਾਰਾ ਯਾਦ ਰੱਖਣ ਸਿੱਖ, ਖਾਲਿਸਤਾਨ ਦੀ, ਆਪਣੇ ਰਾਜ ਦੀ, ਖਾਲਸਾ ਰਾਜ ਦੀ ਗੱਲ ਨਾ ਕਰ ਸਕਣ। ਇੰਨਾ ਸਬਕ ਸਿਖਾਓ ਇਹਨਾਂ ਨੂੰ। ਇਸੇ ਤਰੀਕੇ ਨਾਲ ਪੂਰੀ ਲਾਮਬੰਦੀ ਦੇ ਨਾਲ ਇਹ ਪਲੈਨਿੰਗ ਸੀ ਕਿ ਘਾਣ ਬੱਚਾ ਪੂਰੀ ਤਰ੍ਹਾਂ ਪੀੜ ਦਿੱਤਾ ਜਾਵੇ 84 'ਚ। ਤਿਆਰੀ ਪਹਿਲਾਂ ਦੀ ਸੀ, ਬਹਾਨਾ ਮਿਲ ਗਿਆ ਇੰਦਰਾ ਗਾਂਧੀ ਦਾ। ਉਹ ਤਿਆਰੀ ਦੇ ਅਧੀਨ ਉਹ ਸਾਰਾ ਕੁਝ ਕੀਤਾ ਗਿਆ ਸੀ। ਪਲੈਨਿੰਗ ਸੀ, ਇੱਕ ਦਿਨ ਦੇ ਵਿੱਚ, ਇੱਕ ਰਾਤ ਦੇ ਵਿੱਚ ਇੰਨੀ ਵੱਡੀ ਕਤਲੋਗਾਰਤ ਨਹੀਂ ਹੋ ਸਕਦੀ ਹੈਗੀ। ਪਲੈਨਿੰਗ ਪਹਿਲਾਂ ਸੀ, ਤਿਆਰੀ ਸੀ, ਪਰ ਉਸ ਦੇ ਲਈ ਵਾਤਾਵਰਨ ਮਿਲ ਗਿਆ ਇਹਨਾਂ ਨੂੰ, ਬਹਾਨਾ ਮਿਲ ਗਿਆ ਇੱਕ, ਤੇ ਇਹ ਸਾਰਾ ਕੁਝ ਕੀਤਾ ਗਿਆ। ਤੇ ਇਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਸਾਡੇ ਬਾਬੇ ਦੀ, ਤੀਰ ਵਾਲੇ ਬਾਬੇ ਦੀ, ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਦੀ, ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ। ਵਾਰ-ਵਾਰ ਉਹਨਾਂ ਨੇ ਝੰਜੋੜਿਆ ਸਿੱਖਾਂ ਨੂੰ, ਪੰਜਾਬ ਤੋਂ ਬਾਹਰਲੇ ਸਿੱਖਾਂ ਨੂੰ ਖਾਸ ਕਰਕੇ ਝੰਜੋੜਿਆ ਕਿ ਸਿੰਘੋ ਹਥਿਆਰਬੰਦ ਹੋਵੋ, ਹਥਿਆਰ ਤੋਂ ਬਿਨਾਂ ਤੁਹਾਡਾ ਕੋਈ ਨਹੀਂ ਹੈਗਾ। ਜਿਹੜੇ ਅਖੌਤੀ ਬਾਬੇ ਨੇ, ਸਾਧ ਸੰਤ ਨੇ, ਇਹ ਤਾਂ ਨਾਮ ਬਾਣੀ ਦਾ ਜਾਪ ਕਰਨ ਦੀ ਜਿਹੜੀ ਹੈਗੀ ਹੈ ਪ੍ਰੇਰਨਾ ਉਹੀ ਦਿੰਦੇ ਰਹੇ, ਨਾਮ ਜਪਣ ਦੀ ਗੱਲ ਕਰਦੇ ਰਹੇ। ਤਾਂ ਬਹੁਤਿਆਂ ਜਿਹੜੇ ਸੰਤਾਂ ਚੋਂ ਕਿਸੇ ਨੇ ਸ੍ਰੀ ਸਾਹਿਬ ਵੀ ਨਹੀਂ ਪਾਈ ਹੋਈ, ਤਾਂ ਬਹੁਤ ਸਾਰੇ ਜਿਹੜੇ ਸੰਤ ਨੇ ਅੰਮ੍ਰਿਤ ਛਕਾਉਣ ਵੇਲੇ ਉਸ ਤੋਂ ਬਾਅਦ ਉਹ ਜਿਹੜੀ ਧਾਗੇ 'ਚ ਹੁੰਦੀ ਹੈ ਸ੍ਰੀ ਸਾਹਿਬ 1.5 ਇੰਚ ਦੀ, ਉਹ ਗਲ 'ਚ ਪਵਾ ਦਿੰਦੇ ਨੇ, ਜਾਂ 1 ਇੰਚ ਦੀ ਗਲ 'ਚ ਪਵਾ ਦਿੰਦੇ ਨੇ। ਜਿਵੇਂ ਰੋਟੀ ਖਾਣ ਤੋਂ ਬਾਅਦ ਦੰਦਾਂ 'ਚ ਫਸੀ ਰੋਟੀ ਕੱਢੀ ਦੀ ਹੈ, ਉਹ ਦੰਦਾਂ 'ਚ ਮਾਰੀ ਜਾਂਦੇ ਨੇ ਬਹੁਤੇ ਲੋਕ। ਸੋ ਇਹ ਗਿਰਾਵਟਾਂ ਨੇ ਸਿੱਖੀ ਦੇ ਵਿੱਚ ਜਿਹੜੀਆਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲਿਆਂ ਨੇ ਸਿੱਧੇ ਤੌਰ ਦੇ ਉੱਤੇ ਇਸ ਦਾ ਜਿਹੜਾ ਖੰਡਨ ਵੀ ਕੀਤਾ ਸੀ, ਲੋਕਾਂ ਨੂੰ ਪ੍ਰੇਰਿਆ ਸੀ, ਤਾੜਨਾ ਕੀਤੀ ਸੀ, ਵੰਗਾਰਿਆ ਸੀ ਲੋਕਾਂ ਨੂੰ, ਸਾਧ ਸੰਗਤ ਨੂੰ। ਨਾਮ ਜਪਣੇ ਦੇ ਨਾਲ, ਬਾਣੀ ਪੜ੍ਹਨ ਦੇ ਨਾਲ, ਆਪਣੇ ਰਹਿਤਨਾਮਿਆਂ 'ਚ ਪਾਬੰਦ ਰਹਿਣ ਦੇ ਨਾਲ ਉਹਨਾਂ ਨੇ ਕਿਹਾ ਸੀ ਕਿ ਹਥਿਆਰਬੰਦ ਹੋਵੋ, ਸਾਡਾ ਪਹਿਲਾ ਗੁਰੂ ਹਥਿਆਰ ਹੈ। ਸੋ ਇਹ ਜਿਹੜੀ ਚਿੰਗਾਰੀ ਸੀ ਸੰਤ ਜਰਨੈਲ ਸਿੰਘ ਹੋਰਾਂ ਨੇ ਲਗਾਈ ਸਿੱਖ ਕੌਮ ਨੂੰ, ਜਿਹੜਾ ਜਾਗ ਲਾ ਦਿੱਤਾ ਸੀ, ਕੌਮ ਜਾਗਣੀ ਸ਼ੁਰੂ ਹੋ ਗਈ ਸੀ, ਤੇ ਇੰਨੀ ਜਲਦੀ ਜਾਗਣੀ ਸ਼ੁਰੂ ਹੋਈ ਸੀ ਕਿ ਸਾਲ ਲੱਗ ਜਾਂਦੇ ਨੇ, ਦਹਾਕੇ ਲੱਗ ਜਾਂਦੇ ਨੇ, ਸਦੀਆਂ ਲੱਗ ਜਾਂਦੀਆਂ ਨੇ ਕਿਸੇ ਕੌਮ ਦਾ ਮੂੰਹ ਮੱਥਾ ਸੰਵਰਨ ਦੇ ਲਈ ਤੇ ਕੌਮ ਨੂੰ ਜਾਗਣ ਦੇ ਲਈ। ਪਰ ਸੰਤ ਜਰਨੈਲ ਸਿੰਘ ਹੋਰਾਂ ਨੇ ਕਰੀਬ 6 ਮਹੀਨਿਆਂ 'ਚ 1 ਸਾਲ ਦੇ ਅੰਦਰ ਪੰਜਾਬ ਦੇ ਨੌਜਵਾਨ ਨੂੰ ਜਗਾ ਦਿੱਤਾ ਸੀ। ਤੇ ਜਦੋਂ ਕੋਈ ਹਥਿਆਰਬੰਦ ਲੜਾਈ ਹੁੰਦੀ ਹੈ ਉਹਦੇ 'ਚ ਜ਼ਿਆਦਾ ਯੋਧਿਆਂ ਦੀ ਲੋੜ ਨਹੀਂ ਹੁੰਦੀ ਹੈਗੀ। ਜੇ ਚਾਹੁੰਦੇ ਤਾਂ ਉਹ ਪੂਰੀ ਕੌਮ ਨੂੰ ਹਥਿਆਰਬੰਦ ਕਰ ਸਕਦੇ ਸਨ, ਇੰਨੀ ਉਹਨਾਂ 'ਚ ਕਾਬਲੀਅਤ ਸੀ। ਜ਼ਿਆਦਾ ਵੱਡੀ ਗਿਣਤੀ 'ਚ ਹਥਿਆਰਬੰਦ ਯੋਧਿਆਂ ਦਾ ਜਿਹੜਾ ਹੈ ਜ਼ਿਆਦਾਤਰ ਕੌਮਾਂ ਨੂੰ ਨੁਕਸਾਨ ਹੁੰਦਾ ਹੈ, ਤੇ
ਜਦੋਂ ਆਮੋ ਸਾਹਮਣੀ ਲੜਾਈ ਹੋਵੇ ਉਸ ਵੇਲੇ ਜ਼ਿਆਦਾ ਵੱਡੀ ਗਿਣਤੀ ਯੋਧਿਆਂ ਦੀ ਲੋੜ ਹੁੰਦੀ ਹੈ। ਜਦੋਂ ਛਾਪਾਮਾਰ ਲੜਾਈ ਹੁੰਦੀ ਆ ਉਸ ਵੇਲੇ ਬਹੁਤ ਘੱਟ ਜਿਹੜੇ ਮੈਨ ਪਾਵਰ ਚਾਹੀਦੀ ਹੁੰਦੀ ਹੈ। ਇਸੇ ਕਰਕੇ ਉਹਨਾਂ ਨੇ ਗਿਣਤੀ ਦੇ ਤੇ ਚੋਣਵੇਂ ਤੇ ਪੱਕੇ ਤੇ ਸਿਰੜੀ ਸਿੰਘ ਰੱਖੇ ਸਨ ਆਪਣੇ ਨਾਲ। ਤੇ ਜਿਹੜਾ ਵੱਡੀ ਗਿਣਤੀ 'ਚ ਲੋਕਾਂ ਦਾ ਹਥਿਆਰਬੰਦ ਸੰਘਰਸ਼ 'ਚ ਸ਼ਾਮਲ ਹੋਣਾ ਹਮੇਸ਼ਾ ਨੁਕਸਾਨਦਾਇਕ ਹੁੰਦਾ ਹੈ। ਤੇ ਇਹਦਾ 88 ਤੋਂ ਬਾਅਦ ਜਿਹੜੀ ਲਹਿਰ ਆਪਣੀ ਚਰਮ ਸੀਮਾ ਵੱਲ ਵੱਧਦੀ ਹੈ ਉਹਦਾ ਨੁਕਸਾਨ ਹੋਇਆ ਵੱਡੀ ਪੱਧਰ ਤੇ। ਅਸੀਂ ਦੇਖਦੇ ਹਾਂ ਕਿ ਉਸ ਦੇ ਵਿੱਚ CID ਵਾਲੇ ਏਜੰਸੀਆਂ ਦੇ ਬੰਦੇ ਰਲੇ, ਉਹਨਾਂ ਨੇ ਕਤਲੋਗਾਰਤ ਕੀਤੀ, ਹਿੰਦੂਆਂ ਦੇ ਕਤਲ ਕੀਤੇ। ਤੇ ਉਸ ਰੂਪ 'ਚ ਅਸੀਂ ਦੇਖ ਸਕਦੇ ਹਾਂ ਪਹਿਚਾਣ ਨਹੀਂ ਰਹਿੰਦੀ ਹੈਗੀ, ਖਾਸ ਕਰਕੇ ਇੱਕ ਦੂਜੇ ਦੀ, ਇੱਕ ਦੂਜੇ ਧੜੇ ਦੀ, ਇੱਕ ਦੂਜੇ ਦੇ ਧੜੇ ਦੇ ਬੰਦਿਆਂ ਦੀ। ਤਾਂ ਬਹੁਤਿਆਂ ਨੇ ਤਾਂ ਐਸੇ ਕਰਕੇ ਇੱਕ ਦੂਜੇ ਦੇ ਬੰਦੇ ਪਾਰ ਪਲਾ ਦਿੱਤੇ, ਪਹਿਚਾਣ ਨਹੀਂ ਸੀ ਹੈਗੀ। ਸੋ ਉਹ ਕਰ ਸਕਦੇ ਸਨ। ਉਹਨਾਂ ਨੇ ਬਹੁਤ ਗਿਣਤੀ ਦੇ ਸਿੰਘ ਆਪਣੇ ਨਾਲ ਰੱਖੇ ਹੋਏ ਸਨ ਜਿਹੜੇ ਇਹ ਸਾਰਾ ਕਾਰਜ ਨਿਭਾਉਂਦੇ ਸਨ। ਤੇ ਸਿਰੜੀ, ਉਹਨਾਂ ਸਿਰੜੀਆਂ 'ਚੋਂ ਇੱਕ ਨਾਮ ਸੀ ਸੁਰਿੰਦਰ ਸਿੰਘ ਸੋਢੀ ਦਾ। ਸੁਰਿੰਦਰ ਸਿੰਘ ਸੋਢੀ ਦਾ ਆਪਣਾ ਇੱਕ ਵਿਅਕਤੀਤਵ ਸੀ, ਉਹਦੀ ਆਪਣੀ ਸ਼ਖਸੀਅਤ ਸੀ, ਉਹਦੇ ਬਾਰੇ ਅੱਗੇ ਚੱਲ ਕੇ ਚਰਚਾ ਕਰਾਂਗੇ। ਵਿਸਾਖੀ ਤੋਂ ਦੂਜੇ ਦਿਨ 1984 ਦੀ ਵਿਸਾਖੀ ਤੋਂ ਦੂਜੇ ਦਿਨ 14 ਅਪ੍ਰੈਲ ਨੂੰ ਗੁਰੂ ਰਾਮਦਾਸ ਸਰਾਂ ਦੇ ਨੇੜੇ ਸਿੰਧੀ ਹੋਟਲ 'ਚ ਬੈਠੇ ਕੁਝ ਲੋਕ ਚਾਹ ਪੀ ਰਹੇ ਸਨ। ਜਦੋਂ ਉਹਨਾਂ 'ਚ ਕੁਝ ਔਰਤਾਂ ਵੀ ਸ਼ਾਮਲ ਸਨ, ਮਰਦ ਵੀ, ਬੱਚੇ ਵੀ ਤੇ ਬਜ਼ੁਰਗ ਵੀ, ਨੌਜਵਾਨ ਵੀ ਸਨ ਤੇ ਕੁਝ ਅੱਧ-ਘੜ ਉਮਰ ਦੇ ਬੰਦੇ ਵੀ ਸਨ ਉਹਨਾਂ 'ਚ। ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ ਤੇ ਇਹਦੇ ਨਾਲ ਹੀ ਇੱਕ ਨੌਜਵਾਨ ਕੁੜੀ ਗੁਰੂ ਰਾਮਦਾਸ ਲੰਗਰ ਵੱਲ ਇਹ ਕਹਿੰਦੀ ਹੋਈ ਨੱਸੀ ਕਿ ਮੈਂ ਆਪਣੀ ਇੱਜ਼ਤ ਦਾ ਬਦਲਾ ਲੈ ਲਿਆ। ਇੱਕ ਸਿੱਖ ਗੱਭਰੂ ਹੋਟਲ 'ਚੋਂ ਨਿਕਲ ਕੇ ਸਿੱਧਾ ਬਾਬਾ ਅਟੱਲ ਵੱਲ ਦੌੜਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਨੇੜੇ ਪਹੁੰਚ ਕੇ ਅਲੋਪ ਹੋ ਗਿਆ। ਹੋਟਲ 'ਚ ਤੇ ਆਸ-ਪਾਸ ਭੱਜ ਦੌੜ ਮਚ ਗਈ, ਹਫੜਾ ਦਫੜੀ ਮਚ ਗਈ। ਗੋਲੀ ਲੱਗਣ ਨਾਲ ਦਮ ਤੋੜ ਚੁੱਕੇ ਬੰਦੇ ਦੀ ਪਛਾਣ ਹੋਣ 'ਚ ਥੋੜੀ ਜਿਹੀ ਵੀ ਦੇਰ ਨਹੀਂ ਲੱਗੀ। ਹੋਟਲ ਵਾਲਿਆਂ ਤੇ ਹੋਰ ਕਈ ਲੋਕਾਂ ਨੇ ਉਸ ਨੂੰ ਫੌਰਨ ਪਛਾਣ ਲਿਆ, ਕਿਉਂਕਿ ਉਹ ਹਰਿਮੰਦਰ ਸਾਹਿਬ ਕੰਪਲੈਕਸ ਦੀ ਜਾਣੀ ਪਛਾਣੀ ਮਹਾਨ ਹਸਤੀ ਸੀ। ਉਹ ਸਰਦਾਰ ਸੁਰਿੰਦਰ ਸਿੰਘ ਸੋਢੀ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਖਾਸ ਆਦਮੀ ਤੇ ਭਿੰਡਰਾਂ ਫੌਜ ਦਾ ਫੀਲਡ ਮਾਰਸ਼ਲ ਸਰਦਾਰ ਸੁਰਿੰਦਰ ਸਿੰਘ ਸੋਢੀ। ਸੋਢੀ ਦੇ ਕਤਲ ਦੀ ਖਬਰ ਜੰਗਲ ਦੀ ਅੱਗ ਵਾਂਗ ਸਾਰੇ ਅੰਮ੍ਰਿਤਸਰ ਸ਼ਹਿਰ 'ਚ ਫੈਲ ਗਈ ਤੇ ਹਰਿਮੰਦਰ ਸਾਹਿਬ ਕੰਪਲੈਕਸ 'ਚ ਰੋਸ ਤੇ ਜੋਸ਼ ਦੀ ਲਹਿਰ ਦੌੜ ਗਈ। ਤੇ ਇਸ ਅਸਹਿ ਸਦਮੇ ਨਾਲ ਸੰਤ ਭਿੰਡਰਾਂਵਾਲਿਆਂ ਦੀ ਆਤਮਾ ਤੜਫ ਉੱਠੀ। ਤੇ ਇਸ ਵੇਲੇ ਮੈਂ ਜਦੋਂ ਸਟੂਡੀਓ 'ਚੋਂ ਇਹ ਪ੍ਰੋਗਰਾਮ ਕਰ ਰਿਹਾ, ਮੇਰੇ ਸਾਹਮਣੇ ਬਿਲਕੁਲ ਸੁਰਿੰਦਰ ਸਿੰਘ ਸੋਢੀ ਦੀ ਤਸਵੀਰ ਪਈ ਹੈ। ਸ਼ਹੀਦੀ ਦੇ ਸਮੇਂ ਦੀ ਤਸਵੀਰ ਮੈਂ ਦੇਖ ਰਿਹਾ ਇਸ ਵੇਲੇ। ਮੈਂ ਸੋਚ ਸਕਦਾ, ਖੁੱਲਾ ਦਾੜਾ, ਗੋਰਾ ਰੰਗ, ਤਿੱਖੇ ਨੈਣ ਨਕਸ਼ ਤੇ ਸ਼ਹੀਦੀ ਤੋਂ ਬਾਅਦ ਵੀ ਸੁਰਿੰਦਰ ਸਿੰਘ ਸੋਢੀ ਇਸ ਤਰ੍ਹਾਂ ਪਿਆ ਜਿਵੇਂ ਕੋਈ ਮਰਦ ਸ਼ੇਰ ਬੱਚਾ ਕੁਝ ਸਮੇਂ ਲਈ ਸੁੱਤਾ ਹੋਵੇ। ਤਾਂ ਅਜਿਹੇ 'ਚ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਕਿੰਨਾ ਗੁੱਸਾ ਆਇਆ ਹੋਵੇਗਾ, ਕਿੰਨਾ ਰੋਸ ਜਾਗਿਆ ਹੋਵੇਗਾ ਉਹਨਾਂ ਦੇ ਮਨ ਦੇ ਵਿੱਚ। ਰਾਤ ਪੈਣ ਤੋਂ ਪਹਿਲਾਂ ਇਹ 11:30 ਵਜੇ ਸਮੇਂ ਦੀ ਗੱਲ ਹੈ ਇਹ, ਜਦੋਂ ਸ਼ਹੀਦੀ ਹੁੰਦੀ ਹੈ ਸੁਰਿੰਦਰ ਸਿੰਘ ਸੋਢੀ ਦੀ, ਦੁਪਹਿਰ ਤੋਂ ਪਹਿਲਾਂ 11:30 ਵਜੇ। ਤਾਂ ਰਾਤ ਪੈਣ ਤੋਂ ਪਹਿਲਾਂ ਸੰਤਾਂ ਦੇ ਜਥੇ ਵਿਚਲੀਆਂ ਬੀਬੀਆਂ ਨੇ ਇੱਜ਼ਤ ਦਾ ਬਦਲਾ ਲੈਣ ਵਾਲੀ ਔਰਤ ਨੂੰ ਕੁਟਾਪਾ ਚਾੜ ਕੇ ਕਤਲ ਦੀ ਸਾਜ਼ਿਸ਼ ਦਾ ਖੁਰਾ ਲੱਭ ਲਿਆ ਕਿ ਇਹ ਕਿੱਥੇ ਬਹਿ ਕੇ ਘੜੀ ਗਈ ਸੀ, ਕੌਣ ਲੋਕ ਇਹਦੇ 'ਚ ਸ਼ਾਮਲ ਸਨ, ਕਿਸ ਦੀ ਕਿਹੜੀ ਡਿਊਟੀ ਲਾਈ ਗਈ ਸੀ ਤੇ ਇਸ ਉਹਲੇ ਕਿਸ ਦਾ ਹੱਥ ਸੀ ਤੇ ਅੱਗੇ ਇਸ ਤੋਂ ਟੀਚਾ ਕੀ ਸੀ ਉਹਨਾਂ ਲੋਕਾਂ ਦਾ। ਸਾਰਾ ਕੁਝ ਪਤਾ ਲੱਗ ਗਿਆ। ਦੂਜੇ ਦਿਨ 15 ਅਪ੍ਰੈਲ 1984 ਨੂੰ ਸੰਤ ਜਰਨੈਲ ਸਿੰਘ ਜੀ ਦੇ ਨਿੱਜੀ ਸਹਾਇਕ ਭਾਈ ਰਛਪਾਲ ਸਿੰਘ ਨੇ ਪ੍ਰੈਸ ਕਾਨਫਰੰਸ 'ਚ ਇਹ ਗੱਲ ਕੀਤੀ ਕਿ ਸਰਦਾਰ ਸੁਰਿੰਦਰ ਸਿੰਘ ਸੋਢੀ ਦਾ ਕਤਲ ਦਰਅਸਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਨੇੜੇ ਦੇ ਸਹਿਯੋਗੀਆਂ ਨੂੰ ਕਤਲ ਕਰਾਉਣ ਲਈ ਰਚੀ ਗਈ ਇੱਕ ਡੂੰਘੀ ਸਾਜ਼ਿਸ਼ ਦਾ ਨਤੀਜਾ, ਜਿਹਦੇ ਪਿੱਛੇ ਸਰਕਾਰ ਲੌਂਗੋਵਾਲ ਦਲ ਦਾ ਹੱਥ ਸਾਫ਼ ਦਿਖਾਈ ਦੇ ਰਿਹਾ ਤੇ ਜਿਹਦੇ ਵਿੱਚ ਅਕਾਲੀ ਦਲ ਲੌਂਗੋਵਾਲ ਦੇ ਦਫ਼ਤਰ ਸਕੱਤਰ ਗੁਰਚਰਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਤਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਰਛਪਾਲ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਸੋਢੀ ਦਾ ਕਾਤਲ ਜਲੰਧਰ ਦਾ ਨਾਮੀ ਬਦਮਾਸ਼ ਸੁਰਿੰਦਰ ਛਿੰਦਾ, ਜਿਸ ਨੂੰ ਸਰਕਾਰੀ ਸਰਪ੍ਰਸਤੀ ਵੀ ਹਾਸਲ ਹੈ ਤੇ ਮਿਲੀ ਜੁਲੀ ਸਾਜ਼ਿਸ਼ ਦੇ ਹੇਠ ਸੰਤਾਂ ਦੀ ਸ਼ਰਧਾਲੂ ਸੰਗਤ 'ਚ ਭੇਜਿਆ ਗਿਆ ਸੀ। ਉਹਨੂੰ ਹਥਿਆਰ ਸੀ ਉਸ ਵੇਲੇ ਉਹਦੇ ਕੋਲ ਤੇ ਸੰਤਾਂ ਨੂੰ ਕਤਲ ਕਰਨ ਦਾ ਉਹਦਾ ਨਿਸ਼ਾਨਾ ਸੀ।
ਉਹਨੇ ਇਹ ਵੀ ਭੇਦ ਖੋਲਿਆ ਕਿ ਸੋਢੀ ਦੇ ਕਤਲ 'ਚ ਛਿੰਦੇ ਦਾ ਸਾਥ ਦੇਣ ਵਾਲੀ ਜਿਹੜੀ ਔਰਤ ਸੀ, ਕੁੜੀ ਸੀ, ਉਹਦਾ ਨਾਮ ਬਲਜੀਤ ਕੌਰ ਹੈ, ਜੋ ਆਪਣੇ ਆਪ ਨੂੰ ਛਿੰਦੇ ਦੀ ਪਤਨੀ ਦੱਸਦੀ ਰਹੀ ਹੈ ਤੇ ਆਪਣੇ ਪ੍ਰਗਟਾਵੇ ਦੀ ਇਸ ਪੁਸ਼ਟੀ ਦੇ ਲਈ ਭਾਈ ਰਛਪਾਲ ਸਿੰਘ ਨੇ ਪੱਤਰਕਾਰਾਂ ਨੂੰ ਬਲਜੀਤ ਕੌਰ ਦੀ ਟੇਪ ਕੀਤੀ ਹੋਈ ਆਵਾਜ਼ ਵੀ ਸੁਣਾਈ, ਜਿਹਦੇ 'ਚ ਉਸਨੇ ਕਤਲ ਕਰਨ ਦੀ ਜਿਹੜੀ ਪਲੈਨਿੰਗ ਸੀ ਉਹਦਾ ਪਰਦਾ ਚੁੱਕਿਆ ਤੇ ਇਸ ਸਾਜ਼ਿਸ਼ 'ਚ ਸ਼ਰੀਕ ਅਕਾਲੀ ਦਲ ਲੌਂਗੋਵਾਲ ਦੇ ਦਫ਼ਤਰ ਸਕੱਤਰ ਗੁਰਚਰਨ ਸਿੰਘ ਦਾ ਨਾਮ ਵੀ ਲਿਆ ਉਹਨੇ ਤੇ ਉਹਦਾ ਸਾਥ ਦੇਣ ਵਾਲੇ ਕਈ ਹੋਰ ਲੋਕਾਂ ਦਾ ਵੀ ਜ਼ਿਕਰ ਕੀਤਾ ਉਹਨੇ, ਬਲਜੀਤ ਕੌਰ ਨੇ। ਪੰਜਾਬ ਦਾ ਇਤਿਹਾਸ ਆਮ ਤੌਰ ਤੇ ਸਿੱਖਾਂ ਦਾ ਇਤਿਹਾਸ, ਖਾਸ ਕਰਕੇ ਬਦਲਿਆਂ ਦਾ ਇਤਿਹਾਸ ਹੈ। ਇਸ ਇਤਿਹਾਸਕ ਰਵਾਇਤ ਨੂੰ ਕਾਇਮ ਰੱਖਦਿਆਂ ਸ਼ਹੀਦ ਸੋਢੀ ਦੇ ਸਾਥੀਆਂ ਨੇ 24 ਘੰਟੇ ਦੇ ਅੰਦਰ ਅੰਦਰ ਸੋਢੀ ਦੇ ਕਤਲ ਦਾ ਬਦਲਾ ਛਿੰਦੇ ਦੇ ਖੂਨ ਨਾਲ ਲੈ ਲਿਆ। ਸੰਤਾਂ ਨੇ ਕਿਹਾ ਸੀ ਕਿ 24 ਘੰਟੇ ਦੇ ਅੰਦਰ ਅੰਦਰ ਦੁਸ਼ਟਾਂ ਨੂੰ ਸੋਧ ਦਿੱਤਾ ਜਾਏਗਾ ਤੇ 24 ਘੰਟੇ ਦੇ ਅੰਦਰ ਅੰਦਰ ਉਹਦਾ ਬਦਲਾ ਲੈ ਲਿਆ ਸ਼ਹੀਦੀ ਦਾ। ਸੰਤ ਭਿੰਡਰਾਂਵਾਲਿਆਂ ਦੇ ਕਮਾਂਡੋ ਦਸਤੇ ਨੇ ਸੁਰਿੰਦਰ ਸਿੰਘ ਛਿੰਦੇ ਨੂੰ ਫਰਾਰ ਹੋਣ ਤੋਂ ਪਿੱਛੋਂ ਮਾਨਾ ਵਾਲੇ ਪਿੰਡ ਕੋਲੋਂ ਗੁਪਤ ਟਿਕਾਣੇ ਤੋਂ ਲੱਭਿਆ ਤੇ ਉਹਦਾ ਗਲ ਘੁੱਟ ਕੇ ਮਾਰਿਆ, ਉਹਨੂੰ ਲਾਸ਼ ਨੂੰ ਠੰਡਾ ਕੀਤਾ, ਕਹੀ ਨਾਲ ਲਾਸ਼ ਦੇ 9 ਟੋਟੇ ਕੀਤੇ ਤੇ ਫਿਰ ਇਹਨਾਂ 9 ਹਿੱਸਿਆਂ ਨੂੰ ਮਾਨਾ ਵਾਲੇ ਜੀਟੀ ਰੋਡ ਦੇ ਕੋਲ ਡਰੇਨ ਦੇ ਪੁਲ ਤੇ ਲਿਜਾ ਕੇ ਮੁੱਦੀ ਪਈ ਲਾਸ਼ ਦੀ ਸ਼ਕਲ 'ਚ ਜੋੜਿਆ ਤੇ ਕੱਟਿਆ ਹੋਇਆ ਸਿਰ ਲਾਸ਼ ਦੀ ਪਿੱਠ ਤੇ ਟਿਕਾਤਾ। ਇੱਥੇ ਹੀ ਬਸ ਨਹੀਂ, ਆਮ ਲੋਕਾਂ ਦੀ ਜਾਣਕਾਰੀ ਲਈ ਲਾਸ਼ ਮੁੱਢ ਇੱਕ ਰੁਕਾ ਵੀ ਲਿਖ ਕੇ ਛੱਡਿਆ ਕਿ ਸੁਰਿੰਦਰ ਛਿੰਦਾ ਸ਼ਹੀਦ ਸੁਰਿੰਦਰ ਸਿੰਘ ਦਾ ਕਾਤਲ। ਬਦਲੇ ਦੀ ਕਹਾਣੀ ਛਿੰਦੇ ਦੇ ਕਤਲ ਨਾਲ ਨਹੀਂ ਮੁੱਕੀ, ਸਗੋਂ ਇਸ ਸਿਲਸਿਲੇ 'ਚ ਅਗਲੇ 24 ਘੰਟਿਆਂ 'ਚ 4 ਹੋਰ ਕਤਲ ਹੋਏ। ਅਗਲੇ 24 ਘੰਟਿਆਂ 'ਚ ਮਲਕ ਸਿੰਘ ਭਾਟੀਆ ਜਥੇਦਾਰ, ਇਹ ਅੰਮ੍ਰਿਤਸਰ ਦਾ ਤਲਵੰਡੀ ਗਰੁੱਪ ਦਾ ਸ਼ਹਿਰੀ ਅਕਾਲੀ ਦਲ ਦਾ ਪ੍ਰਧਾਨ ਸੀ। ਇਹਦਾ ਬਾਬਾ ਅਟੱਲ ਦੇ ਨੇੜੇ ਬੈਜੀ ਚਾਹ ਵਾਲੇ ਦਾ ਬੈਜੀ ਹੁੰਦਾ ਸੀ, ਬਾਬਾ ਅਟੱਲ ਨੇੜੇ ਚਾਹ ਵਾਲਾ। ਇੱਕ ਕਾਤਲ ਟੋਲੀ 'ਚ ਸ਼ਾਮਲ ਸੁਖੇ ਦਾ, ਜਿਹਦੀ ਲਾਸ਼ ਮੋਚੀ ਬਾਜ਼ਾਰ 'ਚ ਪਈ ਸੀ, ਤੇ ਛਿੰਦੇ ਦੀ ਰਖੇਲ ਬਲਜੀਤ ਕੌਰ ਦਾ, ਜਿਹਦੀ ਲਾਸ਼ ਟੁਕੜੇ ਟੁਕੜੇ ਕਰਕੇ ਬੋਰੀ 'ਚ ਬੰਦ ਕੀਤੀ ਅੰਮ੍ਰਿਤਸਰ ਤੋਂ ਥੋੜੀ ਦੂਰ ਪਿੰਡ ਵੱਲੇ ਦੀਆਂ ਨਾਈਆਂ 'ਚੋਂ ਮਿਲੀ ਸੀ। ਬਦਲਾਖੋਰਾਂ ਦੀ ਹਿੱਟ ਲਿਸਟ 'ਚ ਸ਼ਾਮਲ ਗੁਰਚਰਨ ਥੋੜੇ ਸਮੇਂ ਲਈ ਬਚ ਗਿਆ। ਲੌਂਗੋਵਾਲ ਦਾ ਜਿਹੜਾ ਸਕੱਤਰ ਸੀ ਜਿਸਨੇ ਇਹ ਸਾਜ਼ਿਸ਼ ਰਚੀ ਸੀ, ਉਹ ਬਚ ਗਿਆ। ਕਿਉਂ ਬਚ ਗਿਆ? ਕਿਉਂਕਿ ਉਹ ਲੌਂਗੋਵਾਲ ਦੀ ਕੁੱਛੜ ਜਾ ਵੜਿਆ। ਉਹਨੇ ਲੌਂਗੋਵਾਲ ਦੇ ਕਮਰੇ 'ਚ ਪਨਾਹ ਲੈ ਲਈ ਸੀ ਤੇ ਲੌਂਗੋਵਾਲ ਅਕਾਲੀ ਦਲ ਨੇ ਉਹਦੀ ਸੁਰੱਖਿਆ ਲਈ ਪੂਰੇ ਪ੍ਰਬੰਧ ਕੀਤੇ ਹੋਏ ਸਨ। ਸਰਦਾਰ ਸੁਰਿੰਦਰ ਸਿੰਘ ਸੋਢੀ ਦੀ ਸ਼ਹਾਦਤ ਨਾਲ ਡੁੱਲੇ ਹੋਏ ਲਹੂ ਨੇ ਜਿੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਗਰਮ ਲਹੂ ਨੂੰ ਹੋਰ ਗਰਮਾ ਕੇ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਹਥਿਆਰਬੰਦ ਸੰਘਰਸ਼ ਨੂੰ ਤੇਜ਼ ਕੀਤਾ, ਉੱਥੇ ਖਾਲਸਾ ਪੰਥ ਵੱਲੋਂ ਚਲਾਏ ਜਾ ਰਹੇ ਧਰਮ ਯੁੱਧ ਨੂੰ ਵੀ ਸਿਧਾਂਤ ਦੇ ਦੁਰਾਹੇ ਤੇ ਲਿਆ ਕੇ ਖੜਾ ਕਰਦਾ। ਦੁਰਾਹੇ ਤੇ ਇੱਕ ਰਾਹ ਸ਼ਾਂਤਮਈ ਸੱਤਿਆਗ੍ਰਹਿ ਦਾ ਸੀ, ਜਿਹੜਾ ਮਹਾਤਮਾ ਗਾਂਧੀ ਦੀ ਸਮਾਧੀ ਦਾ ਚੱਕਰ ਕੱਟ ਕੇ ਨੰਬਰ 1 ਸਫਦਰਗੰਜ ਜਿਹੜਾ ਨਵੀਂ ਦਿੱਲੀ ਦਾ ਰੋਡ ਸੀ ਉਹਦਾ ਗੇੜਾ ਕੱਢ ਕੇ ਚੰਡੀਗੜ੍ਹ ਪਹੁੰਚਦਾ ਸੀ। ਦੂਜਾ ਹਥਿਆਰਬੰਦ ਜੱਦੋਜਹਿਦ ਦਾ ਸੀ, ਜਿਹੜਾ ਅੰਮ੍ਰਿਤਸਰ ਤੋਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਆਖਰੀ ਆਰਾਮਗਾਹ ਸੱਚਖੰਡ ਸ਼੍ਰੀ ਹਜੂਰ ਸਾਹਿਬ ਨੰਦੇੜ ਤੱਕ ਹੁੰਦਾ ਹੋਇਆ ਵਾਪਸ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਾਉਣ ਲਈ ਅਨੰਦਪੁਰ ਸਾਹਿਬ ਪਹੁੰਚਦਾ ਸੀ। ਸਰਦਾਰ ਸੋਢੀ ਦੀ ਸ਼ਹਾਦਤ ਵਾਲੇ ਦਿਨ 14 ਅਪ੍ਰੈਲ 1984 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸਰਕਾਰੀ ਫੋਰਸ ਦੇ ਦਾਖਲੇ ਦੇ ਵਿਰੁੱਧ ਜੰਗੀ ਪੱਧਰ ਉਤੇ ਟੱਕਰ ਲੈਣ ਲਈ ਤੇ ਪੰਥਕ ਸਫਾਂ 'ਚ ਛੁਪੇ ਹੋਏ ਗਦਾਰਾਂ ਨਾਲ ਸਿਧਾਂਤਕ ਪੱਧਰ ਤੇ ਸਿੱਝਣ ਲਈ ਨਗਾਰੇ ਤੇ ਚੋਟ ਲਾ ਦਿੱਤੀ। ਬਿਲਕੁਲ ਅਗਲੇ ਦਿਨ 15 ਅਪ੍ਰੈਲ 1984 ਨੂੰ ਸੰਤਾਂ ਨੇ ਆਪਣੇ ਕਮਾਂਡਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਗੋਲਡਨ ਟੈਂਪਲ ਦੀ ਕਿਲ੍ਹੇਬੰਦੀ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦੇਣ ਤੇ ਨਵੇਂ ਰੰਗਰੂਟਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦੇਣ ਲਈ ਦਿਨ ਰਾਤ ਇੱਕ ਕਰ ਦੇਣ। ਤੇ ਤੀਜੇ ਦਿਨ 16 ਅਪ੍ਰੈਲ 1984 ਨੂੰ ਗੁਰੂ ਰਾਮਦਾਸ ਲੰਗਰ ਦੀ ਛੱਤ ਤੇ ਸੰਗਤ ਦੇ ਦਰਬਾਰ 'ਚ ਤਕਰੀਰ ਕਰਦਿਆਂ ਸੰਤਾਂ ਨੇ ਪੰਥਕ ਗਦਾਰਾਂ ਤੇ ਜ਼ਬਰਦਸਤ ਸ਼ਬਦੀ ਹਮਲੇ ਕੀਤੇ। ਸੰਤਾਂ ਨੇ ਉਹਨਾਂ ਅਕਾਲੀ ਲੀਡਰਾਂ ਤੇ ਸਿੰਘ ਸਾਹਿਬਾਨ ਨੂੰ ਲੰਮੇ ਹੱਥੀ ਲਿਆ ਜਿਹੜੇ ਸੰਤਾਂ ਤੇ ਕਾਂਗਰਸੀ ਏਜੰਟ ਹੋਣ ਦੀਆਂ ਤੋਹਮਤਾਂ ਲਾਉਂਦੇ ਸਨ, ਪਰ ਆਪ ਕਾਂਗਰਸੀਆਂ ਦੀਆਂ ਕੁੜੀਆਂ ਲੈਂਦੇ ਸਨ ਤੇ ਆਪਣੀਆਂ ਕੁੜੀਆਂ ਕਾਂਗਰਸੀਆਂ ਨੂੰ ਦਿੰਦੇ ਸਨ। ਸਿੱਧਾ ਸੰਕੇਤ ਬਾਦਲ ਵੱਲ।
ਇਸੇ ਦਿਨ ਸੰਤ ਭਿੰਡਰਾਂਵਾਲੇ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸਰਦਾਰ ਹਰਮਿੰਦਰ ਸਿੰਘ ਸੰਧੂ ਤੇ ਅਕਾਲ ਫੈਡਰੇਸ਼ਨ ਦੇ ਕਨਵੀਨਰ ਭਾਈ ਕੰਵਰ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਹੁਕਮ ਦਿੱਤਾ ਕਿ ਉਹ ਸਿੱਖੀ ਸਿਧਾਂਤਾਂ ਤੇ ਆਦਰਸ਼ਾਂ ਦੀ ਰੱਖਿਆ ਲਈ ਪੰਥਕ ਗਦਾਰਾਂ ਤੇ ਤਨਖਾਹਦਾਰ ਜਥੇਦਾਰਾਂ ਤੇ ਆਪਣੀ ਕਲਮ ਦੇ ਨਾਲ ਹਮਲਾ ਬੋਲ ਦੇਣ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਸੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਹੁਕਮ ਤੇ ਫੁੱਲ ਚੜਾਉਂਦਿਆਂ ਕੁਝ ਦਿਨ ਬਾਅਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ ਨੇ ਆਪਣੀ ਸੰਪਾਦਕੀ ਦੇ ਥੱਲੇ ਪ੍ਰਕਾਸ਼ਿਤ ਹੋ ਰਹੇ ਫੈਡਰੇਸ਼ਨ ਦੇ ਜਿਹੜਾ ਰਸਾਲਾ ਸੀ ਸ਼ਮਸ਼ੀਰ ਦਸਤ, ਉਹਦਾ ਮਈ ਦਾ ਅੰਕ ਪ੍ਰਕਾਸ਼ਿਤ ਕੀਤਾ। ਇਸ ਰਸਾਲੇ ਦੇ ਪਿਛਲੇ ਟਾਈਟਲ ਤੇ ਸ਼ਹੀਦ ਸੁਰਿੰਦਰ ਸਿੰਘ ਸੋਢੀ ਦੀ ਰੋਹਬਦਾਰ ਤਸਵੀਰ ਛਾਪ ਕੇ ਹੇਠਾਂ ਬਹੁਤ ਵੱਡਾ ਉਹਦੇ ਇੱਕ ਪੈਰਾ ਲਿਖਿਆ ਗਿਆ ਸੀ ਕਿ ਤੇਜਾ ਸਿੰਘ ਤੇ ਲਾਲ ਸਿੰਘ ਡੋਗਰਿਆਂ ਦੇ ਵਾਰਸਾਂ ਨੇ ਗਦਾਰਾਂ ਦੇ ਖਾਨਦਾਨੀ ਇਤਿਹਾਸ ਨੂੰ ਮੁੜ ਦੁਹਰਾਇਆ ਹੈ। ਪੰਥਕ ਸਫਾਂ 'ਚ ਲੁਕ ਕੇ ਬੈਠੇ ਸੱਜਣ ਠੱਗਾਂ ਨੇ ਅੱਜ ਫੇਰ ਕੌਮੀ ਮਰਜੀਵੜਿਆਂ ਤੇ ਵਾਰ ਕਰਕੇ ਸਰਕਾਰੀ ਦਰਬਾਰੇ ਮਾਣ ਹਾਸਲ ਕੀਤਾ ਹੈ। ਸ਼ਹੀਦ ਸੁਰਿੰਦਰ ਸਿੰਘ ਸੋਢੀ, ਜਿਸ ਦਾ ਨਿਸ਼ਾਨਾ ਸਰਕਾਰੀ ਹਾਕਮਾਂ, ਬੁੱਚੜਾਂ, ਅਫਸਰਾਂ, ਸਿੱਖ ਦੋਖੀਆਂ ਅਤੇ ਪੰਥਕ ਗਦਾਰਾਂ ਜਿਨ੍ਹਾਂ ਨੇ ਸ਼ਹੀਦਾਂ ਦੇ ਖੂਨ 'ਚ ਹੱਥ ਰੰਗੇ ਸਨ, ਉਹਨਾਂ ਨੂੰ ਸੋਧਣਾ ਸੀ। ਉਹਨੂੰ ਸਿੰਘ ਨੂੰ ਅੱਜ ਸ਼ਹੀਦ ਕਰਕੇ ਸਿੱਖ ਹਿਰਦਿਆਂ ਨੂੰ ਟੁੰਬਿਆ ਹੈ। ਵੀਰ ਸੋਢੀ ਦੀ ਸ਼ਹੀਦੀ ਸਾਨੂੰ ਉਹਨਾਂ ਲੋਕਾਂ ਤੋਂ ਸੁਚੇਤ ਕਰਦੀ ਹੈ ਜੋ ਸਿੱਖੀ ਸਰੂਪ 'ਚ ਰਹਿ ਕੇ ਸਿੱਖੀ ਦਾ ਘਾਤ ਲਾ ਰਹੇ ਹਨ। ਇਹਨਾਂ ਗਦਾਰਾਂ ਦਾ ਨਿਸ਼ਾਨਾ ਸਿਰਫ ਸੁਰਿੰਦਰ ਸਿੰਘ ਸੋਢੀ ਹੀ ਨਹੀਂ ਸੀ, ਬਲਕਿ ਸਿੱਖਾਂ ਦੇ ਦਿਲਾਂ ਦੀ ਧੜਕਣ, ਸਿੱਖ ਕੌਮ ਦੇ ਮਹਿਬੂਬ ਨੇਤਾ ਸੰਤ ਸਿਪਾਹੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਇਹਨਾਂ ਗਦਾਰਾਂ ਵੱਲੋਂ ਕੀਤੀਆਂ ਗਈਆਂ, ਜਿਹੜੀਆਂ ਕੌਮ ਦੀ ਖੁਸ਼ਕਿਸਮਤੀ ਕਾਰਨ ਸਿਰੇ ਨਹੀਂ ਚੜ੍ਹ ਸਕੀਆਂ। ਸ਼ਮਸ਼ੀਰ ਦਸਤ ਦੇ ਮਈ ਅੰਕ 1984 ਦੇ ਸੰਪਾਦਕੀ ਲੇਖ, ਜਿਹੜਾ ਸੰਪਾਦਕੀ ਮੰਡਲ ਦੇ ਮੈਂਬਰ ਸਰਦਾਰ ਜਸਬੀਰ ਸਿੰਘ ਸਰਨਾ ਦੇ ਦਸਖਤਾਂ ਹੇਠ ਛਪਿਆ, ਉਹਦੇ 'ਚ ਵੀ ਇਹ ਸ਼ਬਦ ਲਿਖੇ ਗਏ ਕਿ 1984 ਦੀ ਆਮਦ ਸਿੱਖ ਕੌਮ ਲਈ ਫੁੱਲਾਂ ਦੀ ਚੰਗੇਰ ਵੀ ਹੋ ਸਕਦੀ ਹੈ ਤੇ ਕੰਡਿਆਂ ਨਾਲ ਭਰੀਆਂ ਸੜਕਾਂ ਦੀ ਰੁਕਾਵਟ ਵੀ। ਨਵੇਂ ਸਾਲ ਦੀ ਹੁਸੀਨ ਸਵੇਰ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਜਾਹਦ ਕਾਰਕੁਨਾਂ ਨੇ ਆਪਣੇ ਸੀਸ ਕੌਮ ਦੀ ਅਮਾਨਤ ਰੱਖ ਕੇ ਇੱਕ ਸਹੁੰ ਚੁੱਕੀ ਕਿ ਜੇ ਪੁਲਿਸ ਦਰਬਾਰ ਸਾਹਿਬ 'ਚ ਦਾਖਲ ਹੋਈ ਤਾਂ ਸਿੱਖ ਨੌਜਵਾਨ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਆਪਣੇ ਸੀਸ ਦਰਬਾਰ ਸਾਹਿਬ ਦੀ ਪਾਕ ਪਵਿੱਤਰ ਸਰਦਲ ਤੇ ਪੇਸ਼ ਕਰ ਦੇਣਗੇ। ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਤੋਂ ਵਰਦਾਨ ਮੰਗਿਆ ਗਿਆ, ਸਾਨੂੰ ਬਲ ਬਖਸ਼ੋ ਕਿ ਅਸੀਂ ਖਾਲਸਾ ਪੰਥ ਤੇ ਉਸ ਦੀਆਂ ਪ੍ਰਮੁੱਖ ਹਸਤੀਆਂ ਤੇ ਹਮਲੇ ਨੂੰ ਰੋਕ ਸਕੀਏ। ਅੱਗੇ ਚੱਲ ਕੇ ਸੰਪਾਦਕ ਲਿਖਦਾ ਹੈ ਕਿ ਅਜੋਕੇ ਫੈਸਲਾਕੁਨ ਪੰਥਕ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਕੁਝ ਪੰਥ ਮਾਰੂ ਸ਼ਕਤੀਆਂ ਸਿਰ ਉੱਚਾ ਕਰਕੇ ਸਿੱਖ ਇਤਿਹਾਸ 'ਚ ਇੱਕ ਹੋਰ ਅਗਰ ਦਾ ਵਾਅਦਾ ਕਰਨ ਤੇ ਤੁਲੀਆਂ ਹੋਈਆਂ ਨੇ, ਪਰ ਐਤਕਾਂ ਪਹਿਲੀਆਂ ਗਲਤੀਆਂ ਨਹੀਂ ਦੁਹਰਾਈਆਂ ਜਾਣਗੀਆਂ। ਖਾਲਸਾਈ ਰਵਾਇਤਾਂ ਦੀਆਂ ਸਫਾਂ 'ਚ ਪਲ ਰਹੀਆਂ ਪੰਥ ਦੁਸ਼ਮਣ ਤਾਕਤਾਂ ਤੋਂ ਖਾਲਸਾ ਪੰਥ ਨੂੰ ਖਬਰਦਾਰ ਰਹਿਣ ਲਈ ਬੇਨਤੀ ਕੀਤੀ ਜਾਂਦੀ ਹੈ। ਸਿੱਖ ਕੌਮ ਦਾ ਪ੍ਰਤੱਖ ਨਿਸ਼ਾਨਾ ਤੇ ਸਹੀ ਮੰਜ਼ਿਲ ਸੰਪੂਰਨ ਅਨੰਦਪੁਰ ਸਾਹਿਬ ਦਾ ਮਤਾ ਹੈ, ਜਿਸ ਲਈ ਖਾਲਸਾਈ ਸੰਘਰਸ਼ ਤੁਰਦਾ ਹੀ ਰਹੇਗਾ, ਭਾਵੇਂ ਕਿੰਨੀਆਂ ਹੀ ਕੁਰਬਾਨੀਆਂ ਕਿਉਂ ਨਾ ਕਰਨੀਆਂ ਪੈਣ। ਅਕਾਲ ਪੁਰਖ ਦੀ ਮਹਾਨ ਕਿਰਪਾ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਕੋਈ ਜ਼ੁਲਮ ਦੇ ਖਿਲਾਫ ਸੱਚ ਦਾ ਝੰਡਾ ਚੁੱਕਣ ਲਈ ਕਥਨੀ ਤੇ ਕਰਨੀ ਵਾਲਾ ਜਰਨੈਲ ਸਿੱਖ ਕੌਮ ਨੇ ਪੈਦਾ ਕੀਤਾ ਹੈ ਤਾਂ ਉਹ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਜਿਸ ਢੰਗ ਨਾਲ ਸੰਤ ਜੀ ਨੇ ਸਿੱਖੀ ਨੂੰ ਸਿੱਖ ਦੁਸ਼ਮਣ ਤਾਕਤਾਂ ਤੋਂ ਆਜ਼ਾਦ ਕਰਵਾਉਣ ਲਈ ਸਿੱਖ ਕੌਮ ਨੂੰ ਖਬਰਦਾਰ ਕੀਤਾ, ਇਹੋ ਹੀ ਅੱਜ ਕੱਲ੍ਹ ਦੇ ਸਮੇਂ ਸਿੱਖ ਕੌਮ ਦਾ ਫਰਜ਼ ਹੈ। ਇੱਕ ਹੋਰ ਸੰਪਾਦਕੀ ਲੇਖ 'ਚ ਸ਼ਮਸ਼ੀਰ ਦਸਤ ਦੇ ਉਸ ਵੇਲੇ ਦੇ ਸੰਪਾਦਕ ਅਮਰਜੀਤ ਚਾਵਲਾ ਲਿਖਦੇ ਨੇ, ਅੱਜ ਕੱਲ੍ਹ ਤਾਂ ਇਹਨਾਂ ਤੇ ਦੋਸ਼ ਲੱਗੇ ਨੇ ਸਮੈਕ ਵੇਚਣ ਦੇ। ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਅਮਰਜੀਤ ਸਿੰਘ ਚਾਵਲਾ, ਤੇ ਇਹਨਾਂ ਨੇ ਵੀ ਇੱਕ ਸੰਪਾਦਕੀ ਲਿਖੀ। ਇਹਨਾਂ ਦੀ ਗੱਲ ਵੀ ਕਰਾਂਗੇ ਆਪਾਂ ਅਮਰਜੀਤ ਸਿੰਘ ਚਾਵਲਾ ਤੇ ਰਜਿੰਦਰ ਸਿੰਘ ਮਹਿਤਾ ਦੀ, ਵਿਰਸਾ ਸਿੰਘ ਵਲਟੋਹਾ ਦੀ। ਇਹਨਾਂ ਦੀ ਡਿਊਟੀ ਲਾਈ ਗਈ ਸੀ, ਜਿਹੜੇ ਬਾਹਾਂ ਖੜੀਆਂ ਕਰਕੇ ਬਾਹਰ ਨਿਕਲਣ ਵਾਲੇ ਲੀਡਰ ਨੇ ਉਹਨਾਂ ਦੇ ਉੱਤੇ ਕੋਈ ਡਿਊਟੀ ਲਾਈ ਸੀ। ਅੱਗੇ ਚੱਲ ਕੇ ਗੱਲ ਕਰਾਂਗੇ ਇਹਨਾਂ ਦੀ ਵੀ। ਸੋ ਫੈਡਰੇਸ਼ਨ ਦਾ ਮੁੱਖ ਨਿਸ਼ਾਨਾ ਸੀ ਜਿਹੜਾ ਉਹ ਸਿੱਖੀ ਤੋਂ ਦੂਰ ਜਾ ਰਹੇ ਨੌਜਵਾਨਾਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜਨਾ ਸੀ ਤੇ ਸਿੱਖ ਗੁਰੂ ਸਾਹਿਬਾਨ ਦੇ ਸੱਚੇ ਸੁੱਚੇ ਉਪਦੇਸ਼ ਨੂੰ ਉਹਨਾਂ ਤੱਕ ਪਹੁੰਚਾਉਣਾ ਸੀ ਤੇ ਉਹਨਾਂ ਨੂੰ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਰਾਖੀ ਲਈ ਜਥੇਬੰਦ ਕਰਨਾ ਜਥੇਬੰਦੀ ਦੇ ਮੁੱਖ ਫਰਜ਼ਾਂ 'ਚੋਂ ਇੱਕ ਸੀ। ਤੇ ਸਰਕਾਰ ਵੱਲੋਂ ਫੈਡਰੇਸ਼ਨ ਤੇ ਪਾਬੰਦੀ ਲਾ ਕੇ ਇੱਕ ਵੱਡੀ ਗਲਤੀ ਕੀਤੀ ਗਈ ਤੇ ਕੁਦਰਤ ਦੇ ਅਸੂਲ ਮੁਤਾਬਕ ਹਰ ਗਲਤੀ ਦਾ ਇਵਜ਼ਾਨਾ ਭੁਗਤਣਾ ਹੀ ਪੈਂਦਾ। ਸੋ ਇਸ ਤਰੀਕੇ ਨਾਲ ਇਹ ਜਿਹੜੀ ਘਟਨਾਕ੍ਰਮ ਹੈ ਬਹੁਤ ਤੇਜ਼ੀ ਨਾਲ ਸੁਰਿੰਦਰ ਸਿੰਘ ਸੋਢੀ ਦੀ ਸ਼ਹੀਦੀ ਤੋਂ ਬਾਅਦ ਤੇਜ਼ੀ ਨਾਲ ਘਟਦਾ ਹੈ।
ਘਟਨਾਵਾਂ ਬਹੁਤ ਤੇਜ਼ੀ ਨਾਲ ਵਾਪਰਦੀਆਂ ਨੇ। ਫੈਡਰੇਸ਼ਨ ਇੱਕ ਹਰਿਆਵਲ ਦਸਤਾ ਸੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸਿੱਖੀ ਦਾ ਹਰਿਆਵਲ ਦਸਤਾ ਸੀ। ਹਰਮਿੰਦਰ ਸਿੰਘ ਸੰਧੂ, ਭਾਈ ਅਮਰੀਕ ਸਿੰਘ ਨੂੰ ਛੱਡ ਕੇ ਬਾਕੀ ਫੈਡਰੇਸ਼ਨ ਦੇ ਲੀਡਰ ਸ਼ਹੀਦ ਕਿਉਂ ਨਹੀਂ ਹੋਏ, ਉੱਥੇ ਕੁਰਬਾਨੀਆਂ ਕਿਉਂ ਨਹੀਂ ਕੀਤੀਆਂ ਉਹਨਾਂ ਨੇ, ਕਿੱਥੇ ਕਿੱਥੇ ਡਿਊਟੀਆਂ ਲੱਗੀਆਂ ਸੀ ਉਹਨਾਂ ਦੀਆਂ। ਇਹ ਗੱਲ ਅੱਗੇ ਚੱਲ ਕੇ ਕਰਾਂਗੇ। ਗੱਲ ਕਰ ਰਹੇ ਹਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ। ਤੇ ਕਹਿੰਦੇ ਨੇ ਕਿ ਜਦੋਂ ਕੱਖਾਂ ਦੀ ਕੁੱਲੀ 'ਚੋਂ ਬਗਾਵਤ ਹੈ ਜਨਮ ਲੈਂਦੀ, ਤਦੋਂ ਸ਼ਾਹੀ ਮਹਿਲਾਂ ਦੇ ਮੁਨਾਰੇ ਦੇਖਦੇ ਰਹਿੰਦੇ। ਆਮ ਦਿਨਾਂ 'ਚ ਸੰਤ ਜੀ ਨਿਤਨੇਮ ਤੋਂ ਵਿਹਲੇ ਹੋ ਕੇ ਸਾਦਾ ਦਰੀ ਦੇ ਉੱਤੇ ਤੇ ਸਾਦੀ ਚਾਦਰ ਦੇ ਉੱਤੇ ਜਿਹੜਾ ਮੰਚੇ ਤੇ ਵਿਛਾਇਆ ਹੁੰਦਾ ਸੀ, ਉਹਦੇ ਤੇ ਚੌਂਕੜਾ ਮਾਰ ਕੇ ਬੈਠਦੇ ਸਨ ਤੇ ਸੇਵਕ ਤੇ ਸ਼ਰਧਾਲੂ ਉਹਨਾਂ ਦੇ ਸਾਹਮਣੇ ਜਾਂ ਆਲੇ ਦੁਆਲੇ ਦਰੀਆਂ ਤੇ ਬੈਠਦੇ ਸਨ। ਸੰਤ ਜੀ ਬਚਨ ਵਿਲਾਸ ਸ਼ੁਰੂ ਕਰ ਦਿੰਦੇ ਸਨ ਤੇ ਸਿੱਖਾਂ ਸੇਵਕਾਂ ਦੇ ਮਸਲੇ ਸੁਣ ਕੇ ਉਹਨਾਂ ਦਾ ਹੱਲ ਵੀ ਦੱਸਦੇ ਸਨ ਤੇ ਉਹਨਾਂ ਦਾ ਹਰ ਪ੍ਰਕਾਰ ਦਾ ਜਿਹੜਾ ਕੋਈ ਸ਼ੱਕ ਹੁੰਦਾ ਸੀ, ਸ਼ੰਕਾ ਹੁੰਦਾ ਸੀ, ਉਹਨੂੰ ਨਿਵਰਤ ਵੀ ਕਰਦੇ ਸਨ। ਦਾੜੀ ਕੱਟੇ ਤੇ ਮੋਨੇ ਸਿੱਖਾਂ ਨੂੰ ਕੇਸ ਰੱਖਣ ਤੇ ਅੰਮ੍ਰਿਤ ਛਕਣ ਦੀ ਪ੍ਰੇਰਣਾ ਕਰਦੇ ਸਨ ਤੇ ਸਿੱਖਾਂ ਨੂੰ ਨਸ਼ਿਆਂ ਦੀ ਵਰਤੋਂ ਛੱਡਣ ਦਾ ਉਪਦੇਸ਼ ਦਿੰਦੇ ਸਨ ਤੇ ਸਮਾਜਿਕ ਕੁਰੀਤੀਆਂ ਦੇ ਵਿਰੁੱਧ ਵੀ ਪ੍ਰਚਾਰ ਕਰਦੇ। ਇਸ ਮੌਕੇ ਤੇ ਜੇ ਕੋਈ ਪੱਤਰਕਾਰ ਜਾਂ ਪ੍ਰੈਸ ਰਿਪੋਰਟਰ ਸੰਤਾਂ ਦਾ ਇੰਟਰਵਿਊ ਲੈਣ ਆ ਜਾਏ ਤਾਂ ਸੰਤ ਉਹਨੂੰ ਵੀ ਆਪਣੇ ਨੇੜੇ ਦਰੀ ਤੇ ਬਿਠਾ ਲੈਂਦੇ ਤੇ ਇੰਟਰਵਿਊ ਦੇਣਾ ਸ਼ੁਰੂ ਕਰ ਦਿੰਦੇ ਨਾਲ ਦੀ ਨਾਲ। ਅੱਜ ਕੱਲ੍ਹ ਦੇ ਬਾਬਿਆਂ ਦਾ ਤਾਂ ਤੁਸੀਂ ਇੰਟਰਵਿਊ ਨਹੀਂ ਲੈ ਸਕਦੇ। ਤਾਂ ਇਸ ਮੌਕੇ ਤੇ ਕੋਈ ਵੀ ਪੱਤਰਕਾਰ ਆ ਜਾਂਦਾ, ਸੰਤ ਨਾਲ ਦੀ ਨਾਲ ਤਿਆਰ ਹੋ ਜਾਂਦੇ ਇੰਟਰਵਿਊ ਦੇਣ ਦੇ ਲਈ ਤੇ ਸੰਤਾਂ ਨਾਲ ਹੋ ਰਹੇ ਸਵਾਲ ਜਵਾਬ ਸੰਗਤ ਬੜੇ ਧਿਆਨ ਦੇ ਨਾਲ ਸੁਣਦੀ। ਉਹ ਕਿਸੇ ਨੂੰ ਐ ਨਹੀਂ ਸੀ ਕਹਿੰਦੇ ਵੀ ਅੰਦਰ ਕਮਰੇ 'ਚ ਆ ਜਾਓ, ਅਲੱਗ ਗੱਲਬਾਤ ਨਹੀਂ ਸੀ ਕਰਦੇ ਹੈਗੇ ਕਿਸੇ ਪੱਤਰਕਾਰ ਨਾਲ। ਉਹਨੂੰ ਦੱਸਦੇ ਨਹੀਂ ਸੀ ਕਿ ਮੈਨੂੰ ਸੌਖੇ ਸਵਾਲ ਪੁੱਛੀ ਜਾਂ ਇਸ ਤਰ੍ਹਾਂ ਦੇ ਮੈਂ ਜਵਾਬ ਦੇਵਾਂਗਾ, ਤੂੰ ਇਸ ਤਰ੍ਹਾਂ ਦਾ ਸਵਾਲ ਪੁੱਛੀ। ਆਮੋ ਸਾਹਮਣੇ ਗੱਲ ਹੁੰਦੀ ਸੀ ਸ਼ੀਸ਼ੇ ਵਰਗੀ। ਤਾਂ ਅੱਜ ਕੱਲ੍ਹ ਦੇ ਸੰਤ ਤਾਂ ਹੁਣ ਅਸੀਂ ਅੱਗੇ ਚੱਲ ਕੇ ਗੱਲਾਂ ਕਰਾਂਗੇ। ਤਾਂ ਇਸ ਚੱਲਦੀ ਗੱਲਬਾਤ 'ਚ ਜੇ ਕੋਈ ਖਾਸ ਆਦਮੀ ਜਾਂ ਖਾਸ ਨੇਤਾ ਆ ਜੇ ਤਾਂ ਉਹ ਵੱਖਰੇ ਹੋ ਕੇ ਗੱਲ ਕਰਨੀ ਚਾਹੇ ਤਾਂ ਸੰਤ ਜੀ ਆਪਣਾ ਆਸਣ ਛੱਡ ਕੇ ਸੰਗਤ ਦੇ ਸਾਹਮਣੇ ਥੋੜੀ ਦੂਰ ਤਾਂ ਚਲੇ ਜਾਂਦੇ, ਪਰ ਗੁਪਤ ਗੱਲਬਾਤ ਨਹੀਂ ਸੀ ਹੁੰਦੀ। ਜਾਂ ਉਹ ਕਹਦੇ ਕਿ ਆਓ ਇੱਕ ਪਾਸੇ ਕਮਰੇ 'ਚ ਚੱਲਦੇ ਆ, ਉਹ ਖੜੇ ਖੜੇ ਹੀ ਗੱਲਬਾਤ ਕਰਦੇ ਸਨ ਤੇ ਫਿਰ ਵਾਪਸ ਆ ਕੇ ਆਪਣੇ ਆਸਣ ਤੇ ਬੈਠ ਜਾਂਦੇ ਸਨ ਤੇ ਸੰਗਤਾਂ ਨਾਲ ਬਚਨ ਵਿਲਾਸ 'ਚ ਰੁੱਝ ਜਾਂਦੇ ਸਨ। ਤੇ ਭਾਈ ਰਛਪਾਲ ਸਿੰਘ ਜਿਹੜੇ ਸੰਤਾਂ ਦੇ ਨਿੱਜੀ ਸਕੱਤਰ ਹੁੰਦੇ ਸਨ, ਪਰਸਨਲ ਅਸਿਸਟੈਂਟ, ਉਸ ਸਵਾਗਤ ਕਰਦੇ ਸਨ ਤੇ ਫੋਨ ਵੀ ਸੁਣਦੇ ਸਨ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਉਹੀ ਕਰਦੇ ਸਨ। ਬਾਹਰੋਂ ਫੋਨ ਕਾਲ ਆਉਂਦੇ ਸਨ ਜਿਹੜੇ ਜਾਂ ਕੋਈ ਵਿਅਕਤੀ ਵਿਸ਼ੇਸ਼ ਉਹਨਾਂ ਨੂੰ ਮਿਲਣ ਆਉਂਦਾ ਸੀ ਤਾਂ ਉਹੀ ਸਵਾਗਤ ਕਰਦੇ ਸਨ ਸਾਰਿਆਂ ਦਾ। ਭਾਈ ਰਛਪਾਲ ਸਿੰਘ ਮੁਲਾਕਾਤ ਕਰਨ ਆਏ ਵਿਸ਼ੇਸ਼ ਬੰਦਿਆਂ ਨੂੰ ਵੀ ਸੰਤਾਂ ਨਾਲ ਮਿਲਾਉਣ ਦਾ ਪ੍ਰਬੰਧ ਕਰਦੇ ਸਨ ਤੇ ਜਾਂ ਮੁਲਾਕਾਤ ਲਈ ਸਮਾਂ ਨਿਸ਼ਚਿਤ ਉਹੀ ਕਰਦੇ ਸਨ। ਸੰਤਾਂ ਨੂੰ ਆਉਣ ਵਾਲੇ ਟੈਲੀਫੋਨ ਵੀ ਭਾਈ ਰਛਪਾਲ ਸਿੰਘ ਜੀ ਸੁਣਦੇ ਤੇ ਸੰਤ ਚਾਹਣ ਤਾਂ ਉਹਨਾਂ ਦੀ ਗੱਲ ਕਰਾ ਦਿੱਤੀ ਜਾਂਦੀ, ਨਹੀਂ ਤਾਂ ਰਛਪਾਲ ਸਿੰਘ ਜੀ ਆਪ ਹੀ ਸੰਤਾਂ ਵੱਲੋਂ ਸਾਰੀ ਗੱਲ ਕਰ ਲੈਂਦੇ ਸਨ। ਜੇ ਕੋਈ ਮੁਲਾਕਾਤ ਲਈ ਸਮਾਂ ਮੰਗੇ ਤਾਂ ਸਮਾਂ ਬਣਾ ਲੈਂਦੇ ਉਹ। ਤੇ ਸੰਤਾਂ ਨੂੰ ਮਿਲਣ ਲਈ ਜੇ ਕੋਈ ਬਹੁਤ ਵੱਡਾ ਲੀਡਰ ਜਾਂ ਬਹੁਤ VIP ਬੰਦਾ ਕੋਈ ਅਚਾਨਕ ਆ ਜਾਵੇ ਤਾਂ ਸੰਤ ਜੀ ਸਾਰੇ ਰੁਝੇਵੇਂ ਛੱਡ ਕੇ ਅਲੱਗ ਹੋ ਕੇ ਉਹਦੀ ਗੱਲ ਸੁਣਦੇ ਤੇ ਜੇ ਲੋੜ ਪੈਂਦੀ ਤਾਂ ਉਹਦੀਆਂ ਜਿਹੜੇ ਗੱਲਾਂ ਸ਼ੰਕੇ ਉਹ ਨਿਵਰਤ ਕਰਦੇ ਸੰਤ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਮਾਹੌਲ ਇਸ ਤਰੀਕੇ ਨਾਲ ਸੰਤਾਂ ਨੇ ਮੈਨੇਜ ਕੀਤਾ ਹੋਇਆ ਸੀ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੋਈ ਲੰਬਾ ਚੌੜਾ ਕੋਈ ਵੱਡਾ ਉਹਨਾਂ ਦਾ ਪਬਲਿਕ ਰਿਲੇਸ਼ਨ ਸਿਸਟਮ ਨਹੀਂ ਸੀ ਹੈਗਾ। ਆਪਣੇ ਆਪ ਹੀ ਸਾਰਾ ਕੁਝ ਹੋ ਰਿਹਾ ਸੀ। ਇੱਕ ਪਾਸੇ ਭਾਰਤ ਦੀ ਸਰਕਾਰ, ਵਿਸ਼ਵ ਦੀ 6ਵੀਂ ਤਾਕਤ, ਇੱਕ ਪਾਸੇ ਪੰਜਾਬ ਸਰਕਾਰ, ਇੱਕ ਪਾਸੇ ਉਹਨਾਂ ਦਾ ਵਿਰੋਧੀ ਅਕਾਲੀ ਦਲ, ਅਕਾਲੀ ਲੀਡਰ, ਸਿੱਖ ਕਾਂਗਰਸੀ, ਪੰਜਾਬ ਤੋਂ ਬਾਹਰਲੇ ਕੁਝ ਸਿੱਖ, ਹਿੰਦੂ ਟੋਲੇ, ਹਿੰਦੂ ਜਥੇਬੰਦੀਆਂ, ਪੂਰਾ ਮੀਡੀਆ, ਇੱਕ ਪਾਸੇ ਸਾਰੇ ਉਹਨਾਂ ਦੇ ਵਿਰੁੱਧ ਸੀ ਇਹ, ਇੱਕ ਪਾਸੇ ਉਹ ਇਕੱਲੇ ਕੁਝ ਗਿਣਤੀ ਦੇ ਸਿੰਘਾਂ ਦੇ ਨਾਲ ਜਾਂ ਉਹਨਾਂ ਦੇ ਸੈਂਕੜੇ ਦੀ ਗਿਣਤੀਆਂ 'ਚ, ਹਜ਼ਾਰਾਂ ਦੀ ਗਿਣਤੀ 'ਚ ਸਪੋਰਟਰ ਹੋਣਗੇ ਪੰਜਾਬ ਦੇ ਵਿੱਚ, ਉਹਨਾਂ ਦੇ ਨਾਲ ਕਿੰਨੀ ਯੋਜਨਾ ਕੌਣ ਬਣਾਉਂਦਾ ਸੀ? ਅਕਾਲ ਪੁਰਖ ਵਾਹਿਗੁਰੂ। ਕੰਮ ਆਪੇ ਚੱਲੀ ਜਾਂਦਾ ਸੀ। ਸੋ ਇਸ ਤਰ੍ਹਾਂ ਦਾ ਉਹਨਾਂ ਦਾ ਪਬਲਿਕ ਰਿਲੇਸ਼ਨ ਸੀ ਤੇ ਇਸ ਤਰੀਕੇ ਨਾਲ ਉਹ ਵਿਚਰਦੇ ਸਨ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। 14 ਅਪ੍ਰੈਲ 1984 ਤੋਂ ਬਾਅਦ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਕੰਪਲੈਕਸ 'ਚ ਸ਼ਹੀਦ ਸਰਦਾਰ ਸੁਰਿੰਦਰ ਸਿੰਘ ਸੋਢੀ ਦੇ ਖੂਨ ਦਾ ਬਦਲਾ ਖੂਨ ਦੇ ਨਾਲ ਲਿਆ ਜਾਣ ਲੱਗ ਪਿਆ
ਜਦੋਂ ਸ਼ਹੀਦ ਸੋਢੀ ਦੇ ਡੁੱਲੇ ਹੋਏ ਗਾੜੇ ਲਹੂ ਨੇ ਸੰਤ ਭਿੰਡਰਾਂਵਾਲਿਆਂ ਦੇ ਕੈਂਪ ਤੇ ਲੌਂਗੋਵਾਲ ਦੇ ਕੈਂਪ 'ਚ ਨਾ ਮਿਟਣ ਵਾਲੀ ਇੱਕ ਲਕੀਰ ਖਿੱਚ ਦਿੱਤੀ, ਜਦੋਂ ਦੋਹਾਂ ਕੈਂਪਾਂ ਦੇ ਮਰਜੀਵੜਿਆਂ ਨੇ ਆਧੁਨਿਕ ਤੇ ਨਵੇਂ-ਨਵੇਂ ਸ਼ਸਤਰਾਂ ਦੇ ਨਾਲ ਲੈਸ ਹੋ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਤੇ ਕੰਪਲੈਕਸ ਦੇ ਅੰਦਰ ਬਾਹਰ ਦਿਨ ਰਾਤ ਘੁੰਮਣਾ ਸ਼ੁਰੂ ਕਰ ਦਿੱਤਾ, ਤਾਂ ਇਹ ਗੱਲ ਪੱਕੀ ਹੋ ਗਈ ਕਿ ਕੇਂਦਰੀ ਏਜੰਸੀਆਂ ਦਾ ਹੱਥ ਲੌਂਗੋਵਾਲ ਦੇ ਕੈਂਪ ਦੇ ਉੱਪਰ ਹੈਗਾ ਤੇ ਉਹਨਾਂ ਨੂੰ ਹਥਿਆਰ ਪਹੁੰਚਾਉਣ ਵਾਲੇ ਸਰਕਾਰ ਦੇ ਬੰਦੇ, ਪੰਜਾਬ ਪੁਲਿਸ ਦੇ ਬੰਦੇ ਦਾੜੀਆਂ ਵਧਾ ਕੇ ਤੇ ਕਿਰਪਾਨਾਂ ਪਾ ਕੇ ਤੇ ਹਥਿਆਰ ਲੈ ਕੇ ਉਹਨਾਂ ਦੇ ਨਾਲ ਨੇ। ਇਹ ਗੱਲ ਉਦੋਂ ਹੀ ਸਪਸ਼ਟ ਹੋ ਗਈ ਸੀ। ਜਦੋਂ ਦੋਹਾਂ ਧਿਰਾਂ 'ਚ ਕਿਸੇ ਵੀ ਮੌਕੇ ਟਕਰਾਅ ਹੋਣ ਨਾਲ ਧਰਮ ਯੁੱਧ ਦੀ ਥਾਂ ਤੇ ਭਰਾ ਮਾਰੂ ਯੁੱਧ ਸ਼ੁਰੂ ਹੋ ਜਾਣ ਦਾ ਖਤਰਾ ਵੱਧ ਗਿਆ, ਜਦੋਂ ਕੰਪਲੈਕਸ ਦੀ ਫਿਜ਼ਾ ਗੋਲੀਆਂ ਦੀ ਆਵਾਜ਼ ਨਾਲ ਐਵੇਂ ਗੂੰਜਣ ਲੱਗ ਪਈ ਜਿਵੇਂ ਕਿਸੇ ਛਾਉਣੀ 'ਚ ਚਾਂਦਮਾਰੀ ਹੋ ਰਹੀ ਹੋਵੇ, ਜਦੋਂ ਸੰਤ ਭਿੰਡਰਾਂਵਾਲਿਆਂ ਦੀ ਫੌਜ ਨੇ ਅਕਾਲ ਤਖਤ 'ਚ ਪਰਿਕਰਮਾ ਦੇ ਕਮਰਿਆਂ 'ਚ, ਲੰਗਰ ਦੀ ਬਿਲਡਿੰਗ ਤੇ ਕੰਪਲੈਕਸ ਦੀਆਂ ਹੋਰ ਇਮਾਰਤਾਂ 'ਚ ਤੇ ਪੁਰਾਣੇ ਜ਼ਮਾਨੇ ਦੇ ਮੁਨਾਰਿਆਂ ਜਿਹੇ ਕਿਲੇਬੰਦੀ ਸ਼ੁਰੂ ਕਰਤੀ, ਜਦੋਂ ਸੰਤਾਂ ਦੇ ਸਿਪਾਹੀਆਂ ਨੇ ਸਿੰਧੀ ਹੋਟਲ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਆਲੇ ਦੁਆਲੇ ਦੇ ਪ੍ਰਾਈਵੇਟ ਮਕਾਨਾਂ ਨੂੰ ਖਾਲੀ ਕਰਾਉਣ ਤੇ ਉਹਨਾਂ 'ਚ ਮੋਰਚੇ ਬਣਾਉਣੇ ਸ਼ੁਰੂ ਕਰ ਦਿੱਤੇ, ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਨੇ ਉਹਨੂੰ ਖਿਆਲ ਆਇਆ ਕਿ ਆਪਣੀ ਸਰਵਉੱਚ ਪਦਵੀ ਤੇ ਅਧਿਕਾਰ ਵਰਤੋਂ ਲਿਆ ਕੇ ਲੜਨ ਮਰਨ ਲਈ ਇਹ ਤਤਪਰ ਸਿੱਖ ਧੜਿਆਂ 'ਚ ਦਖਲ ਦਿੱਤਾ ਜਾਵੇ ਤੇ ਕੰਪਲੈਕਸ 'ਚ ਪੈਦਾ ਹੋ ਚੁੱਕਾ ਖਿਚਾਅ ਘਟਾਇਆ ਜਾਵੇ ਤੇ ਵਾਤਾਵਰਣ ਨੂੰ ਪਹਿਲਾਂ ਵਰਗਾ ਸ਼ਾਂਤ ਤੇ ਰੂਹਾਨੀਅਤ ਭਰਪੂਰ ਬਣਾਇਆ ਜਾਵੇ। ਗਿਆਨੀ ਕਿਰਪਾਲ ਸਿੰਘ ਨੇ ਸਿੰਘ ਸਾਹਿਬ ਜਥੇਦਾਰ ਹਰਚਰਨ ਸਿੰਘ ਮਹਾਲੋਂ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਸਨ ਮਹਾਲੋਂ, ਤੇ ਜਥੇਦਾਰ ਲੱਖਾ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ, ਤੇ ਇਹਨਾਂ ਨੂੰ ਸੱਦ ਕੇ ਗਿਆਨੀ ਸਾਹਿਬ ਸਿੰਘ ਹੈੱਡ ਗ੍ਰੰਥੀ ਤੇ ਦਰਬਾਰ ਸਾਹਿਬ ਤੇ ਗਿਆਨੀ ਪ੍ਰੀਤਮ ਸਿੰਘ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਨੂੰ ਨਾਲ ਲੈ ਕੇ ਆਪਣੇ ਸਮੇਤ ਸਰਵਉੱਚ ਪੰਜ ਪਿਆਰੇ ਬਣਾ ਕੇ ਸ਼ਾਂਤੀ ਦੇ ਉਪਰਾਲੇ ਸ਼ੁਰੂ ਕੀਤੇ। ਇਸ ਸਿਲਸਿਲੇ 'ਚ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ 28 ਅਪ੍ਰੈਲ 1984 ਨੂੰ ਗੋਲਡਨ ਟੈਂਪਲ ਕੰਪਲੈਕਸ 'ਚ ਕਾਇਮ ਹੋ ਚੁੱਕੀਆਂ ਅੱਧੀ ਦਰਜਨ ਦੇ ਕਰੀਬ ਖਾੜਕੂ ਸਿੱਖ ਸੰਸਥਾਵਾਂ ਦੇ ਧਰਮ ਯੁੱਧ ਚਲਾ ਰਹੀਆਂ ਪਾਰਟੀਆਂ ਤੇ ਜਥਿਆਂ ਦੀ ਸੰਕਟ ਕਾਲ ਐਮਰਜੈਂਸੀ ਕਾਲ ਕੀਤੀ ਮੀਟਿੰਗ। ਇਸ ਮੀਟਿੰਗ 'ਚ ਸਿੰਘ ਸਾਹਿਬਾਨ ਨੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦੇ ਸਨ, ਉਹਨਾਂ ਦੇ ਵਿਚਾਰਾਂ ਨੂੰ ਸੁਣਿਆ ਤੇ ਸੁਖਾਵਾਂ ਮਾਹੌਲ ਬਣਾਉਣ ਲਈ ਆਪਣੀਆਂ ਤਜਵੀਜ਼ਾਂ ਪੇਸ਼ ਕੀਤੀਆਂ। ਪਰ ਦੂਜੇ ਦਿਨ 29 ਮਈ 1985 ਨੂੰ ਭਾਈ ਕੰਵਰ ਸਿੰਘ ਕਨਵੀਨਰ ਅਕਾਲ ਫੈਡਰੇਸ਼ਨ ਨੇ, ਜਿਹੜਾ ਕਿ ਇਸ ਮੀਟਿੰਗ 'ਚ ਵੀ ਸ਼ਾਮਲ ਸੀ, ਉਹਨਾਂ ਨੇ ਸਿੱਖ ਸਿਧਾਂਤ ਦੀ ਰੋਸ਼ਨੀ 'ਚ ਸਿੰਘ ਸਾਹਿਬਾਨ ਦੇ ਸੁਝਾਵਾਂ ਨੂੰ ਚੈਲੰਜ ਕਰ ਦਿੱਤਾ ਤੇ ਅਕਾਲ ਤਖਤ ਸਾਹਿਬ ਪਹੁੰਚ ਕੇ ਜਥੇਦਾਰ ਸਾਹਿਬਾਨ ਨੂੰ ਬੇਨਤੀ ਪੱਤਰ ਦੀ ਸ਼ਕਲ 'ਚ ਇੱਕ ਲਿਖਤੀ ਤੇ ਦਸਖਤਾਂ ਵਾਲਾ ਮੈਮੋਰੰਡਮ ਵੀ ਦੇ ਆਂਦਾ ਗਿਆਨੀ ਕਿਰਪਾਲ ਸਿੰਘ ਨੂੰ ਭਾਈ ਕੰਵਰ ਸਿੰਘ ਨੇ। ਭਾਈ ਕੰਵਰ ਸਿੰਘ ਵੱਲੋਂ ਦਿੱਤੇ ਗਏ ਇਸ ਮੰਗ ਪੱਤਰ ਦੇ ਕੁਝ ਹਿੱਸੇ ਅਸੀਂ ਇੱਥੇ ਤੁਹਾਨੂੰ ਦੱਸਣਾ ਚਾਹਾਂਗੇ ਕਿ ਕੀ ਸੀ ਉਹਦੇ ਵਿੱਚ। ਉਹ ਮੰਗ ਪੱਤਰ 'ਚ ਲਿਖਿਆ ਹੋਇਆ ਸੀ ਕਿ ਇੱਕ ਲੰਮੇ ਸਮੇਂ ਤੋਂ ਦੋ ਸਿਧਾਂਤਾਂ ਦਾ ਆਪਸੀ ਟਕਰਾਅ ਚੱਲਿਆ ਆ ਰਿਹਾ ਹੈ, ਜਿਨ੍ਹਾਂ 'ਚੋਂ ਇੱਕ ਗਾਂਧੀਵਾਦੀ ਸੱਤਿਆਗ੍ਰਹਿ ਤੇ ਦੂਜਾ ਗੁਰੂ ਆਸ਼ੇ ਦੇ ਅਨੁਸਾਰ ਹਥਿਆਰਬੰਦ ਜਦੋਜਹਿਦ। ਜਦੋਂ ਕਿ ਮੋਰਚਾ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਅਕਾਲੀ ਦਲ ਦੇ ਪਾਲਸੀ ਪ੍ਰੋਗਰਾਮ ਦੇ ਨਾਂ ਤੇ ਸਿਰਫ ਸ਼ਾਂਤਮਈ ਸੱਤਿਆਗ੍ਰਹਿ ਨੂੰ ਹੀ ਸਿੱਖ ਪਰੰਪਰਾਵਾਂ ਦੇ ਅਨੁਕੂਲ ਦੱਸ ਕੇ ਸਿੱਧੇ ਤੇ ਅਸਿੱਧੇ ਢੰਗ ਦੇ ਨਾਲ ਸਮੇਂ-ਸਮੇਂ ਹਥਿਆਰਬੰਦ ਤੇ ਗੁਰੀਲਾ ਯੁੱਧ ਨੂੰ ਸਿੱਖ ਪਰੰਪਰਾਵਾਂ ਦੇ ਉਲਟ ਹੋਣ ਦਾ ਪ੍ਰਚਾਰ ਕਰਦਾ ਆ ਰਿਹਾ ਹੈ ਅਤੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਲੜ ਰਹੀਆਂ ਸਿੱਖ ਜਥੇਬੰਦੀਆਂ ਅਤੇ ਹਥਿਆਰਬੰਦ ਜਦੋਜਹਿਦ ਕਰ ਰਹੇ ਯੋਧਿਆਂ ਦੇ ਸਮੇਤ ਸੰਤ ਭਿੰਡਰਾਂਵਾਲਿਆਂ ਨੂੰ ਸਿੱਖ ਰਵਾਇਤਾਂ ਦੇ ਉਲਟ ਕਾਂਗਰਸ ਦੇ ਏਜੰਟ ਦੱਸ ਰਿਹਾ ਹੈ। ਤੇ ਦੂਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਥਿਆਰਬੰਦ ਜਦੋਜਹਿਦ ਨੂੰ ਗੁਰੂ ਆਸ਼ੇ ਤੇ ਪੁਰਾਤਨ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਮੇਂ ਦੀ ਲੋੜ ਮੰਨ ਕੇ ਸਿੱਖ ਕੌਮ ਨੂੰ ਇਸ ਵੱਲ ਪ੍ਰੇਰਦੇ ਆ ਰਹੇ ਨੇ। ਖਾਲਸਾ ਪੰਥ ਸਿੱਖ ਸਿਧਾਂਤ ਨੂੰ ਮੰਨ ਕੇ ਤੇ ਸੰਤ ਭਿੰਡਰਾਂਵਾਲਿਆਂ ਦੇ ਦਿੱਤੇ ਰਾਹ ਨੂੰ ਸਹੀ ਮੰਨ ਕੇ ਉਹਨਾਂ ਦੇ ਮਗਰ ਹੋ ਤੁਰਿਆ। ਸੰਤ ਭਿੰਡਰਾਂਵਾਲਿਆਂ ਦੀ ਸਿੱਖ ਕੌਮ ਅੰਦਰ ਦਿਨੋਂ ਦਿਨ ਵੱਧਦੀ ਲੋਕਪ੍ਰਿਯਤਾ ਨਾ ਝੱਲਦੇ ਹੋਏ ਈਰਖਾ, ਖੁਦਗਰਜ਼ੀ, ਦੁਸ਼ਮਣੀ ਤੇ ਲਾਲਚ ਵਸ ਹੋ ਕੇ ਕੁਝ ਕੁਰਸੀਆਂ ਦੇ ਭੁੱਖੇ ਤੇ ਸਰਕਾਰ ਕੋਲ ਵਿਕੇ ਹੋਏ ਲੋਕ ਸੰਤ ਲੌਂਗੋਵਾਲ ਕੋਲੋਂ ਕਈ ਤਰ੍ਹਾਂ ਦੇ ਫਤਵੇ ਦਵਾ ਕੇ ਤੇ ਕਈ ਤਰ੍ਹਾਂ ਦੀਆਂ ਉਲ-ਜਲੂਲ ਤੋਹਮਤਾਂ ਲਾ ਕੇ ਵੀ ਸੰਤ ਭਿੰਡਰਾਂਵਾਲਿਆਂ ਦੀ ਹਸਤੀ ਤੇ ਕੋਈ ਅਸਰ ਨਹੀਂ ਕਰ ਸਕੇ, ਤਾਂ ਇਹਨਾਂ ਪੰਥ ਧਰੋਈਆਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਸਿਧਾਂਤ ਦੀ ਕਸਵੱਟੀ ਤੇ ਦਲੀਲ 'ਚ ਨਾ ਮਾਰ ਸਕਣ ਕਰਕੇ ਜਾਨੋਂ ਮਾਰਨ ਦੀ ਸਕੀਮ ਬਣਾਈ ਹੋਈ ਹੈ ਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਸੰਤਾਂ ਦੇ ਸਹਿਯੋਗੀ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਇਹਨਾਂ ਲੋਕਾਂ ਨੇ ਸ਼ਹੀਦ ਕਰ ਦਿੱਤਾ।
ਇਹ ਤਾਂ ਗੱਲ ਸਪਸ਼ਟ ਹੋ ਗਈ ਨਾ। ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਸਾਥੀ ਸਿੱਖ ਕੌਮ ਦਾ ਬਹੁਤ ਵੱਡਾ ਸਰਮਾਇਆ ਸੰਤਾਂ ਨੂੰ ਜਾਨ ਤੋਂ ਮਾਰਨ ਦੀ ਸਾਜ਼ਿਸ਼ ਸਿਰਫ ਸੰਤ ਜਰਨੈਲ ਸਿੰਘ ਨਾਲ ਜਾਤੀ ਸੰਬੰਧ ਨਹੀਂ ਰੱਖਦੀ, ਬਲਕਿ ਸਿੱਖ ਕੌਮ ਕੋਲੋਂ ਇਹਦਾ ਨਿਧੜਕ ਜਰਨੈਲ ਖੋਹ ਕੇ ਇਸ ਨੂੰ ਹੋਰ ਲੰਮਾ ਸਮਾਂ ਗੁਲਾਮ ਬਣਾਈ ਰੱਖਣ ਦੀ ਸਾਜ਼ਿਸ਼ ਹੈ ਤੇ ਸਮੁੱਚੇ ਸਿੱਖ ਪੰਥ ਨਾਲ ਨਾ ਮੁਆਫ ਕੀਤਾ ਜਾ ਸਕਣ ਵਾਲਾ ਧਰੋਹ ਹੈ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇੱਕ ਤਰਫੀ ਇੱਕ ਫਰਜ਼ੀ ਕਮੇਟੀ ਬਣਾ ਕੇ ਸਾਜ਼ਿਸ਼ੀ ਗੁਰਚਰਨ ਸਿੰਘ ਦਾ ਪੱਖ ਪੂਰਿਆ ਜਾਣਾ ਬੜਾ ਸ਼ਰਮਨਾਕ ਹੈ ਤੇ ਇੱਕ ਜ਼ਲੀਲ ਘਟਨਾ ਹੈ। ਸੰਤ ਲੌਂਗੋਵਾਲ ਸਮੁੱਚੇ ਪੰਥ ਨਾਲ ਕੀਤੀ ਗਈ ਇਸ ਸਾਜ਼ਿਸ਼ 'ਚ ਭਾਈਵਾਲ ਪੰਥ ਦੇ ਗਦਾਰਾਂ ਨੂੰ ਸਮੁੰਦਰੀ ਹਾਲ 'ਚ ਪਨਾਹ ਦੇ ਕੇ ਇੱਕ ਪਾਸੇ ਉਹਨਾਂ ਦੀ ਪਿੱਠ ਪੂਰ ਰਿਹਾ ਤੇ ਦੂਜੇ ਪਾਸੇ ਉਹਨਾਂ ਨੂੰ ਬਚਾਉਣ ਵਾਸਤੇ ਪੰਥਕ ਏਕਤਾ ਤੇ ਦਰਬਾਰ ਸਾਹਿਬ ਦੀ ਪਵਿੱਤਰਤਾ ਦੇ ਨਾਂ ਤੇ ਰੌਲਾ ਪਾ ਰਿਹਾ ਤੇ ਇਹਦੇ ਤੋਂ ਦੁਖਦਾਈ ਗੱਲ ਹੋ ਹੀ ਨਹੀਂ ਸਕਦੀ ਤੇ ਪੰਥ ਲਈ ਘਾਤਕ ਹੈ। ਤੱਥ ਸਾਬਤ ਕਰਦੇ ਨੇ ਕਿ ਪੰਥ 'ਚ ਨਜ਼ਰ ਆ ਰਹੀ ਫੁੱਟ ਦੀ ਜ਼ਿੰਮੇਵਾਰੀ ਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਿਰ ਤੇ ਹੈ ਤੇ ਨਾ ਹੀ ਹੋਰ ਸਿੱਖ ਜਥੇਬੰਦੀਆਂ ਦੇ ਸਿਰ ਤੇ, ਜਿਹੜੀ ਪੂਰੀ ਸੰਜੀਦਗੀ ਤੇ ਇਮਾਨਦਾਰੀ ਦੇ ਨਾਲ ਪੰਥਕ ਮੋਰਚੇ 'ਚ ਵੱਧ ਚੜ੍ਹ ਕੇ ਕੁਰਬਾਨੀਆਂ ਕਰ ਰਹੇ ਨੇ, ਬਲਕਿ ਇਹਦੀ ਸਾਰੀ ਜ਼ਿੰਮੇਵਾਰੀ ਅਕਾਲੀ ਦਲ ਦੀ ਲੀਡਰਸ਼ਿਪ ਜ਼ਿੰਮੇ ਹੈ, ਜਿਹੜੀ ਨਾ ਸਪਸ਼ਟ ਨਿਸ਼ਾਨਾ ਨਾ ਹੀ ਸਪਸ਼ਟ ਦੁਸ਼ਮਣ ਤੇ ਯੁੱਧ ਨੀਤੀ ਮਿੱਥਦੀ ਹੈ ਤੇ ਜਿਹੜੀ ਸਿੱਖ ਕੌਮ 'ਚ ਰਾਜ ਕਰੇਗਾ ਖਾਲਸਾ ਤੇ ਸ਼ਸਤਰਨ ਕੇ ਅਧੀਨ ਹੈ ਰਾਜ ਦੇ ਸੰਕਲਪ ਨਾਲੋਂ ਟੁੱਟ ਕੇ ਗਾਂਧੀਵਾਦੀ ਸਿਧਾਂਤਾਂ ਨਾਲ ਜੁੜ ਗਈ ਹੈ ਤੇ ਸ਼ਸਤਰਨ ਕੇ ਅਧੀਨ ਹੈ ਰਾਜ ਦੇ ਸੰਕਲਪ ਨਾਲੋਂ ਟੁੱਟ ਕੇ ਸਿੱਖ ਸਿਧਾਂਤ ਨੂੰ ਤੋੜ ਮਰੋੜ ਕੇ ਪੇਸ਼ ਕਰਕੇ ਸਿੱਖ ਦੁਸ਼ਮਣ ਤਾਕਤਾਂ ਦੇ ਨਾਲ ਗਲਵੱਕੜੀ ਪਾ ਕੇ ਤੇ ਸਮੁੱਚੇ ਸਿੱਖ ਕੌਮ 'ਚ ਭੁਲੇਖੇ ਪਾ ਕੇ ਕੌਮ ਨੂੰ ਫੁੱਟ ਦਾ ਸ਼ਿਕਾਰ ਬਣਾ ਰਹੀ ਹੈ। ਤੇ ਦੂਜਾ ਮੁੱਢਲਾ ਫਰਕ ਹੈ ਮੋਰਚੇ ਦੇ ਨਿਸ਼ਾਨੇ ਬਾਰੇ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਨੇ ਕਿ ਮੋਰਚਾ ਸਿੱਖਾਂ ਦਾ ਹੈ ਤੇ ਖਾਲਸਾ ਜੀ ਦੀ ਵਿਲੱਖਣ ਤੇ ਆਜ਼ਾਦ ਹੋਂਦ ਲਈ ਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਲੜਿਆ ਜਾ ਰਿਹਾ, ਜਿਹਦੀ ਪ੍ਰਾਪਤੀ ਮੰਗਿਆ ਨਹੀਂ ਬਲਕਿ ਗੁਰੂ ਆਸ਼ੇ ਦੇ ਅਨੁਸਾਰ ਨਿੱਜ ਬਲ ਨਾਲ ਹੋਣੀ ਹੈ। ਪਰ ਦੂਜੇ ਪਾਸੇ ਅਨੰਦਪੁਰ ਮਤੇ ਦੇ ਦਾਅਵੇਦਾਰ ਅਕਾਲੀ ਲੀਡਰ ਅਨੰਦਪੁਰ ਸਾਹਿਬ ਦੇ ਮਤੇ ਦੇ ਰਾਜਸੀ ਨਿਸ਼ਾਨੇ ਨਾਲੋਂ ਆਪ ਨਿਖੜ ਕੇ ਅਤੇ ਸਿੱਖ ਕੌਮ ਨੂੰ ਇਹਦੇ ਨਾਲੋਂ ਨਿਖੇੜਨ ਦੀ ਕੋਸ਼ਿਸ਼ ਕਰਕੇ ਧਰਮ ਯੁੱਧ ਮੋਰਚੇ ਨੂੰ ਕੁਝ ਗਿਣਤੀ ਦੀਆਂ ਇੱਕ ਦੋ ਮੰਗਾਂ ਤੱਕ ਹੀ ਸੀਮਿਤ ਕਰ ਰਹੇ ਨੇ ਤੇ ਇਹ ਸਿੱਖ ਕੌਮ ਦੀ ਲੜਾਈ ਲੜਨ ਦੀ ਥਾਂ ਸਿੱਖ ਹੱਕ ਛੱਡ ਕੇ ਤੇ ਸਿੱਖ ਦੁਸ਼ਮਣ ਤਾਕਤਾਂ ਦੇ ਨਾਲ ਭਾਈਵਾਲ ਹੋ ਕੇ ਹਿੰਦੁਸਤਾਨ ਦਾ ਠੇਕਾ ਚੁੱਕੀ ਫਿਰਦੇ ਨੇ। ਸਿੰਘ ਸਾਹਿਬਾਨ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੰਪਲੈਕਸ 'ਚ ਕਿਸੇ ਕਿਸਮ ਦੀ ਫਾਇਰਿੰਗ ਤੇ ਕਤਲ ਨਾ ਕੀਤੇ ਜਾਣ ਬਾਰੇ ਵਿਚਾਰ ਪ੍ਰਗਟ ਕੀਤੇ ਨੇ। ਇਹ ਗੱਲਾਂ ਅੱਜ ਦੇ ਹਾਲਾਤ ਮੁਤਾਬਕ ਵੇਖਣ ਨੂੰ ਤਾਂ ਠੀਕ ਲੱਗਦੀਆਂ ਨੇ, ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਕੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੇ ਬਾਅਦ 'ਚ ਅਕਾਲ ਤਖਤ ਸਾਹਿਬ ਦੇ ਹਜ਼ੂਰ ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਪਵਿੱਤਰ ਵਾਤਾਵਰਣ 'ਚ ਸੂਰਬੀਰ ਸਿੱਖਾਂ ਤੇ ਸਿੰਘਾਂ ਨੂੰ ਸ਼ਸਤਰ ਵਿੱਦਿਆ ਨਹੀਂ ਸੀ ਦਿੱਤੀ ਜਾਂਦੀ? ਜੇ ਸਿੰਘਾਂ ਕੋਲ ਅੱਜ ਦੇ ਨਵੀਨ ਹਥਿਆਰ ਹੋਣੇ ਜ਼ਰੂਰੀ ਨੇ ਤਾਂ ਉਹਨਾਂ ਦੀ ਟ੍ਰੇਨਿੰਗ ਵੀ ਲਾਜ਼ਮੀ ਬਣਦੀ ਹੈ। ਤੇ ਮੌਜੂਦਾ ਸਮੇਂ ਜਦੋਂ ਸਿੱਖ ਦੁਸ਼ਮਣ ਫੌਜਾਂ ਨੇ ਦਰਬਾਰ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰ ਰੱਖਿਆ ਤਾਂ ਖਾਲਸਾ ਜੀ ਨੂੰ ਸ੍ਰੀ ਦਰਬਾਰ ਸਾਹਿਬ ਦੀ ਹਿਫਾਜ਼ਤ ਵਾਸਤੇ ਅਤੇ ਆਪਣੇ ਸ਼ਸਤਰਾਂ ਤੇ ਅਸਲੇ ਦੀ ਪਰਖ ਲਈ ਸ਼ਸਤਰ ਵਿੱਦਿਆ ਦੀ ਸਿਖਲਾਈ ਤਾਂ ਜ਼ਰੂਰੀ ਹੈ। ਇਸ ਸਿਖਲਾਈ ਲਈ ਅਭਿਆਸ ਤੇ ਪਾਬੰਦੀ ਲਾਉਣ ਦੀ ਗੱਲ ਸਿੱਖੀ ਪਰੰਪਰਾਵਾਂ ਦੇ ਨਾ ਸਿਰਫ ਉਲਟ ਹੋਏਗੀ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਲੇਖਿਆਂ 'ਚ ਵੀ ਪਾਏਗੀ। ਖਾਮ-ਖਾਹ ਵਿਵਾਦ ਦਾ ਕਾਰਨ ਬਣ ਕੇ ਸਿੱਖ ਕੌਮ ਨੂੰ ਕਮਜ਼ੋਰ ਤਾਂ ਕਰੇਗੀ ਇਹ ਗੱਲ, ਸਿੱਖ ਦੁਸ਼ਮਣ ਤਾਕਤਾਂ ਨੂੰ ਵੀ ਸ਼ਹਿ ਦੇਵੇਗੀ। ਕੰਵਰ ਸਿੰਘ ਅੱਗੇ ਇਹ ਲਿਖਦੇ ਨੇ ਕਿ ਦਾਸ ਇਸ ਗੱਲ ਨਾਲ ਸਹਿਮਤ ਹੈ ਕਿ ਇਸ ਵਾਤਾਵਰਣ 'ਚ ਛੇਤੀ ਕਿਤੇ ਮਨੁੱਖੀ ਖੂਨ ਨਾ ਡੋਲਿਆ ਜਾਵੇ, ਪਰ ਸਮੇਂ-ਸਮੇਂ ਜੇ ਕੋਈ ਮੱਸਾ ਰੰਗੜ ਜਾਂ ਮਸੰਦ ਇਸ ਪਵਿੱਤਰ ਸਥਾਨ ਦੀ ਪਵਿੱਤਰਤਾ ਭੰਗ ਕਰਨ ਤੇ ਬਜ਼ਿੱਦ ਰਹੇ ਤਾਂ ਉਹਨੂੰ ਸੋਧਣਾ ਸਿੱਖੀ ਪਰੰਪਰਾਵਾਂ ਦੇ ਮੁਤਾਬਕ ਸੀ ਅਤੇ ਮੁਤਾਬਕ ਹੀ ਰਹੇਗਾ। ਸੋ ਆਪ ਜੀ ਨੇ ਆਪਸੀ ਮਤਭੇਦ ਮਿਟਾ ਕੇ ਪੰਥ ਦੀ ਵਾਹਿਦ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਡਟ ਕੇ ਹਮਾਇਤ ਕਰਨ ਦੀ ਗੱਲ ਕਹੀ ਹੈ। ਮੈਂ ਇੱਥੇ ਸਪਸ਼ਟ ਕਰ ਦੇਣਾ ਜ਼ਰੂਰੀ ਸਮਝਦਾ ਕਿ ਇਹ ਧਰਮ ਯੁੱਧ ਮੋਰਚਾ ਸਰਬੱਤ ਖਾਲਸਾ ਪੰਥ ਦਾ ਸਾਂਝਾ ਮੋਰਚਾ ਹੈ, ਜਿਹਦੇ 'ਚ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਸੁਖਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਤਲਵੰਡੀ, ਸਿੱਖ ਸਟੂਡੈਂਟਸ ਫੈਡਰੇਸ਼ਨ, ਦਲ ਖਾਲਸਾ, ਅਖੰਡ ਕੀਰਤਨੀ ਜਥਾ, ਬੱਬਰ ਖਾਲਸਾ, ਨੈਸ਼ਨਲ ਕੌਂਸਲ ਆਫ ਖਾਲਿਸਤਾਨ, ਦਸਮੇਸ਼ ਰੈਜੀਮੈਂਟ, ਅਕਾਲ ਰੈਜੀਮੈਂਟ ਤੇ ਸਮੂਹ ਸਿੱਖ ਸੰਪਰਦਾਵਾਂ ਵੱਧ ਚੜ੍ਹ ਕੇ ਸਰਗਰਮ ਹਿੱਸਾ ਪਾ ਰਹੀਆਂ ਨੇ ਤੇ ਵੱਧ ਚੜ੍ਹ ਕੇ ਕੁਰਬਾਨੀਆਂ ਕਰ ਰਹੀਆਂ ਨੇ। ਸਮੇਂ-ਸਮੇਂ ਵੱਖੋ-ਵੱਖ ਜਥੇਬੰਦੀਆਂ ਸਮੇਂ ਦੀ ਲੋੜ ਦੇ ਮੁਤਾਬਕ ਹੋਂਦ 'ਚ ਆਉਂਦੀਆਂ ਰਹੀਆਂ ਨੇ ਤੇ ਖਾਲਸਾ ਪੰਥ ਦੇ ਫੈਸਲੇ ਦੇ ਮੁਤਾਬਕ ਬਦਲਦੀਆਂ ਰਹੀਆਂ ਨੇ।
ਖਾਲਸਾ ਪੰਥ ਦੀ ਸਾਜਨਾ ਤੋਂ ਖਾਲਸਾ ਪੰਥ ਦੀ ਨੁਮਾਇੰਦਗੀ ਖਾਲਸਾ ਪੰਥ ਨੂੰ ਹੀ ਸੌਂਪੀ ਗਈ ਸੀ ਤੇ ਆਪ ਜੀ ਵੱਲੋਂ ਸਿੱਖ ਸਿਧਾਂਤਾਂ ਦੀ ਰੌਸ਼ਨੀ 'ਚ ਸਮੂਹ ਸਿੱਖ ਜਥੇਬੰਦੀਆਂ ਨੂੰ ਸਿਧਾਂਤਕ ਸੇਧ ਦੇਣਾ ਬਹੁਤ ਉਚਿਤ ਹੋਵੇਗਾ, ਪਰ ਸਾਰੀਆਂ ਜਥੇਬੰਦੀਆਂ ਨੂੰ ਇੱਕ ਜਥੇਬੰਦੀ ਦੇ ਪਾਲਿਸੀ ਪ੍ਰੋਗਰਾਮ ਨਾਲ ਬੰਨਣਾ ਨਹੀਂ। ਸੋ ਇਹ ਚਿੱਠੀ ਲਿਖੀ, ਇਹ ਮੰਗ ਪੱਤਰ ਦਾ ਰੂਪ ਸੀ ਭਾਈ ਕੰਵਰ ਸਿੰਘ ਵੱਲੋਂ, ਤੇ ਇਹ ਜਿਹੜੀ ਗੱਲਬਾਤ ਸੀ ਉਸ ਵੇਲੇ ਸ਼ਹੀਦ ਸੰਤ ਜਰਨੈਲ ਸਿੰਘ ਜੀ ਜਿਹੜੇ 6 ਜੂਨ ਨੂੰ ਸ਼ਹੀਦੀ ਪ੍ਰਾਪਤ ਕਰਦੇ ਨੇ, ਉਹਨਾਂ ਦੇ ਵਿਚਾਰਾਂ ਦੀ ਤਰਜਮਾਨੀ ਸੀ, ਉਹਨਾਂ ਦੇ ਵਿਚਾਰਾਂ ਦੀ ਪ੍ਰੋੜਤਾ ਸੀ। ਤੇ ਇਸ ਜਿਹੜਾ ਮੈਮੋਰੰਡਮ ਦਿੱਤਾ ਗਿਆ ਸੀ ਭਾਈ ਕੰਵਰ ਸਿੰਘ ਵੱਲੋਂ ਸਿੰਘ ਸਾਹਿਬਾਨ ਨੂੰ, ਗਿਆਨੀ ਕਿਰਪਾਲ ਸਿੰਘ ਨੂੰ, ਉਹ ਇੱਕ ਤਰ੍ਹਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਤੇ ਸਿੰਘ ਸਾਹਿਬਾਨ ਦੀ ਅਥਾਰਟੀ ਦੇ ਲਈ ਇੱਕ ਤਰ੍ਹਾਂ ਦੀ ਬਗਾਵਤ ਸੀ, ਜਿਹੜੀ ਸੰਤ ਭਿੰਡਰਾਂ ਵਾਲਿਆਂ ਦੀ ਪ੍ਰੇਰਣਾ ਦੇ ਨਾਲ ਹੀ ਕੀਤੀ ਗਈ ਸੀ। ਇੱਕ ਤਰ੍ਹਾਂ ਦੇ ਨਾਲ ਗੱਲ ਨੂੰ ਸਮਝਣ ਦੀ ਲੋੜ ਹੈ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਇਸ ਬਗਾਵਤ ਦੀ ਜਿਹੜੀ ਉਹਨੂੰ ਖੁੰਡਾ ਕਰਨ ਦੇ ਲਈ ਅਕਾਲ ਤਖਤ ਸਾਹਿਬ ਤੋਂ ਅਪੀਲ ਦੇ ਨਾਮ ਤੇ ਇੱਕ ਹੁਕਮਨਾਮਾ ਜਾਰੀ ਕਰ ਦਿੱਤਾ। ਉਹ ਹੁਕਮਨਾਮਾ ਕੀ ਸੀ, ਉਹਦੀਆਂ ਚੰਦ ਲਾਈਨਾਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਉਹ ਹੁਕਮਨਾਮੇ 'ਚ ਲਿਖਿਆ ਸੀ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਵਿਚਰ ਰਹੀਆਂ ਜਥੇਬੰਦੀਆਂ 'ਚ ਆਪਸੀ ਸਦਭਾਵਨਾ ਬਣਾਉਣ, ਮਾਹੌਲ ਸੁਖਾਵਾਂ ਕਰਨ ਤੇ ਪੰਥ ਦੀ ਚੜ੍ਹਦੀ ਕਲਾ ਲਈ ਏਕਤਾ ਕਰਨ ਲਈ ਵਿਚਾਰਾਂ ਕੀਤੀਆਂ ਨੇ। ਵਿਸ਼ੇਸ਼ ਕਰਕੇ ਲੌਂਗੋਵਾਲ ਤੇ ਸ਼੍ਰੀਮਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਅਕਾਲੀ ਦਲ ਤਲਵੰਡੀ ਗਰੁੱਪ, ਅਖੰਡ ਕੀਰਤਨੀ ਜਥਾ ਤੇ ਆਲ ਇੰਡੀਆ ਬਾਕੀ ਜਥੇਬੰਦੀਆਂ ਦਾ ਨਾਮ ਹੈ। ਇਹਨਾਂ ਨੂੰ ਬੁਲਾ ਕੇ ਸੁਣਿਆ ਅਤੇ ਵਿਚਾਰਾਂ ਤੋਂ ਬਾਅਦ ਸਾਰਿਆਂ ਨੇ ਹੇਠ ਲਿਖੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਕੀਤੀ। ਇਹ ਗਿਆਨੀ ਕਿਰਪਾਲ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਸੀ। ਕੀ ਸਹਿਮਤੀ ਪ੍ਰਗਟ ਕੀਤੀ? ਉਹ ਹੁਕਮਨਾਮੇ 'ਚ ਲਿਖਿਆ ਹੋਇਆ, ਨੰਬਰ 1 ਤੇ ਲਿਖਿਆ ਹੋਇਆ, ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਕੰਪਲੈਕਸ ਦੇ ਅੰਦਰ ਕੋਈ ਬੰਦਾ ਆਪਣੇ ਵੱਲੋਂ ਕਿਸੇ ਕਿਸਮ ਦੀ ਫਾਇਰਿੰਗ ਨਾ ਕਰੇ। ਕਿਸੇ ਬੰਦੇ ਦੇ ਮਾਰਨ ਕੁੱਟਣ, ਤਸੀਹੇ ਦੇਣ ਤੇ ਤਸ਼ੱਦਦ ਕਰਨ ਤੋਂ ਹਰ ਬੰਦੇ ਨੂੰ ਸਖਤੀ ਨਾਲ ਰੋਕਿਆ ਜਾਏ। ਇਸ ਕੰਪਲੈਕਸ ਦੇ ਸਾਰੇ ਏਰੀਏ ਦੇ ਅੰਦਰ ਕਿਸੇ ਢੰਗ ਨਾਲ ਵੀ ਕਿਸੇ ਬੰਦੇ ਦੀ ਹੱਤਿਆ ਨਾ ਕੀਤੀ ਜਾਵੇ। ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਬੰਦ ਕੀਤੀ ਜਾਵੇ। ਇਹ ਤੋਂ ਧੜੇਬੰਦੀ ਦਾ ਪ੍ਰਗਟਾਵਾ ਹੁੰਦਾ ਹੋਵੇ ਜਾਂ ਜਿਹਦੇ ਨਾਲ ਮਤਭੇਦ ਵਧਣ ਦਾ ਡਰ ਹੋਵੇ ਤੇ ਜੋ ਫੁੱਟ ਦਾ ਕਾਰਨ ਬਣੇ। ਅਜਿਹੇ ਉਪਾਅ ਕੀਤੇ ਜਾਣ ਜਿਹਦੇ ਨਾਲ ਪੰਥਕ ਜਥੇਬੰਦੀ ਨੂੰ ਤਾਕਤ ਮਿਲੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ। ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਹਰ ਹਾਲਤ ਵਿੱਚ ਕਾਇਮ ਰੱਖੀ ਜਾਵੇ। ਹਮੇਸ਼ਾ ਲਈ ਕਦੀ ਕੋਈ ਮਾੜੀ ਘਟਨਾ ਨਾ ਵਾਪਰੇ ਜਿਹਦਾ ਸੰਗਤਾਂ ਤੇ ਬੁਰਾ ਅਸਰ ਪੈਂਦਾ ਹੋਵੇ ਤੇ ਗੁਰ ਸੰਗਤਾਂ ਦੇ ਆਉਣ ਜਾਣ 'ਚ ਵਿਘਨ ਪੈਂਦਾ ਹੋਵੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਏ ਜਾ ਰਹੇ ਧਰਮ ਯੁੱਧ ਮੋਰਚੇ 'ਚ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਆਪਣੇ ਮਤਭੇਦ ਭੁਲਾ ਕੇ ਵੱਧ ਚੜ੍ਹ ਕੇ ਡਟਵੀਂ ਮਦਦ ਕਰਨੀ ਚਾਹੀਦੀ ਹੈ, ਜਿਹਦੇ ਨਾਲ ਮੋਰਚੇ ਦੀ ਸਫਲਤਾ ਹੋਵੇ। ਇਹ 7 ਪੁਆਇੰਟ ਲਿਖੇ ਇਹਦੇ 'ਚ ਹੁਕਮਨਾਮੇ 'ਚ ਗਿਆਨੀ ਕਿਰਪਾਲ ਸਿੰਘ ਨੇ। ਤਾਂ ਜਿਵੇਂ ਅੱਜ ਗਿਆਨੀ ਗੁਰਬਚਨ ਕਰਦਾ, ਇਸੇ ਤਰ੍ਹਾਂ ਉਦੋਂ ਗਿਆਨੀ ਕਿਰਪਾਲ ਨੇ ਕੀਤਾ। ਲੌਂਗੋਵਾਲ ਦੀ ਤੇ ਅਕਾਲੀਆਂ ਦੀ ਗੱਲ ਕੀਤੀ ਗਈ ਸਾਰੀ ਇਹਦੇ 'ਚ। ਗੋਲੀ ਨਾ ਚਲਾਈ ਜਾਵੇ, ਤਸ਼ੱਦਦ ਨਾ ਕੀਤਾ ਜਾਵੇ, ਕਿਸੇ ਤੇ ਤਸੀਹੇ ਨਾ ਦਿੱਤੇ ਜਾਣ, ਮਾਰਿਆ ਕੁੱਟਿਆ ਨਾ ਜਾਵੇ, ਕਿਸੇ ਦਾ ਕਤਲ ਨਾ ਹੋਵੇ ਕੰਪਲੈਕਸ ਦੇ ਵਿੱਚ। ਇਸ ਕਰਕੇ ਕਿਉਂਕਿ ਗੁਰਚਰਨ ਉੱਥੇ ਸੀ, ਲੌਂਗੋਵਾਲ ਦੀ ਕੁੱਛੜ 'ਚ ਬੜਿਆ ਬੈਠਾ ਉੱਥੇ, ਜਿਹਨੇ ਸ਼ਹੀਦ ਕਰਵਾਇਆ ਸੀ ਸੁਰਿੰਦਰ ਸਿੰਘ ਸੋਢੀ ਨੂੰ। ਤੇ ਤਸੀਹੇ ਦੇਣ ਦੀ ਗੱਲ ਕੀਤੀ ਸੀ। ਜੇ ਬਲਜੀਤ ਕੌਰ ਨੂੰ ਤਸੀਹੇ ਨਾ ਦਿੰਦੇ ਤਾਂ ਉਹ ਸੱਚ ਕਿਵੇਂ ਬੋਲਦੀ? ਤਾਂ ਹੀ ਉਹਨੇ ਸੁਰਿੰਦਰ ਛਿੰਦੇ ਦਾ ਨਾਮ ਲਿਆ, ਤਾਂ ਹੀ ਉਹਨੇ ਗੁਰਚਰਨ ਦਾ ਨਾਮ ਲਿਆ। ਤੇ ਐਸੇ ਤਰੀਕੇ ਨਾਲ ਹੋਰ ਯੋਜਨਾਵਾਂ ਸਨ, ਹੋਰ ਸਕੀਮਾਂ ਸਨ ਅਕਾਲੀਆਂ ਦੀਆਂ ਸੰਤਾਂ ਨੂੰ ਕਤਲ ਕਰਵਾਉਣ ਦੀਆਂ, ਤਾਂ ਕਿ ਸਿੱਖ ਸੰਘਰਸ਼ ਜਿਹੜਾ ਹੈਗਾ ਉਹ ਖਤਮ ਹੋ ਜਾਵੇ। ਕੌਮ ਜਾਗੇ ਨਾ, ਕੌਮ ਉਸੇ ਤਰ੍ਹਾਂ ਸੁੱਤੀ ਰਹੇ ਤੇ ਅਸੀਂ ਲੀਡਰੀਆਂ ਦਾ ਤੇ ਕੁਰਸੀਆਂ ਦਾ ਆਨੰਦ ਮਾਣਦੇ ਰਹੀਏ। ਜਿਵੇਂ ਅੱਜ ਬਾਦਲ ਰਾਜ ਨਹੀਂ ਸੇਵਾ ਦਾ ਨਾਅਰਾ ਲਾਉਂਦਾ ਨਾ, ਐਸੇ ਤਰ੍ਹਾਂ ਅਸੀਂ ਇਸ ਤਰ੍ਹਾਂ ਦੀ ਸੇਵਾ ਕਰਦੇ ਰਹੀਏ, ਅਧਿਆਪਕਾਂ ਨੂੰ ਕੁੱਟਦੇ ਰਹੀਏ, ਡੰਡਿਆਂ ਦੇ ਨਾਲ ਜ਼ੁਲਮ ਕਰਦੇ ਰਹੀਏ, ਲੋਕਾਂ ਨੂੰ ਪੀਂਦੇ ਰਹੀਏ ਜ਼ੁਲਮ ਦੀ ਚੱਕੀ 'ਚ। ਤੇ ਸ਼ਹੀਦ ਜਿਹੜੇ ਸ਼ਹੀਦ ਸਿੰਘ ਹੋਏ ਨੇ, ਨੌਜਵਾਨ ਜਿਨ੍ਹਾਂ ਨੇ ਆਪਣਾ ਖੂਨ ਵਹਾਇਆ ਕੌਮ ਦੇ ਲਈ, ਕੌਮ ਦੇ ਮਿਸ਼ਨ ਦੇ ਲਈ, ਉਸ ਦੇ ਖੂਨ ਦੇ ਨਾਲ ਹੱਥ ਰੰਗ ਕੇ ਅਸੀਂ ਰਾਜ ਭਾਗ ਮਾਣਦੇ ਰਹੀਏ। ਇਹ ਉਹਦੇ 'ਚੋਂ ਬੋ ਆਉਂਦੀ ਹੈ ਉਸ ਹੁਕਮਨਾਮੇ 'ਚੋਂ। 30 ਅਪ੍ਰੈਲ 1984 ਨੂੰ ਕੀਤਾ ਗਿਆ ਸੀ ਇਹ ਹੁਕਮਨਾਮਾ ਜਾਰੀ। ਤੇ ਇਹਦੇ 'ਚ ਅੱਗੇ ਲਿਖਿਆ ਗਿਆਨੀ ਕਿਰਪਾਲ ਸਿੰਘ ਨੇ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਖਾਲਸਾ ਪੰਥ ਬੜੇ ਹੀ ਗੰਭੀਰ ਸੰਕਟ 'ਚੋਂ ਲੰਘ ਰਿਹਾ। ਜਦੋਂ ਪੰਥ ਆਪਣੀ ਅੱਡਰੀ ਹਸਤੀ ਦੀ ਕਾਇਮੀ ਤੇ ਗੁਰਧਾਮਾਂ ਦੀ ਪਵਿੱਤਰਤਾ ਤੇ ਆਪਣੇ ਹੱਕਾਂ ਤੇ ਅਧਿਕਾਰਾਂ ਦੀ ਪ੍ਰਾਪਤੀ ਲਈ ਲੰਮੇ ਸਮੇਂ ਤੋਂ ਧਰਮ ਯੁੱਧ ਲੜ ਰਿਹਾ, ਜਿਹਦੇ 'ਚ ਲੱਖਾਂ ਸਿੰਘਾਂ ਨੇ ਜੇਲ੍ਹਾਂ ਕੱਟੀਆਂ ਨੇ, ਹਜ਼ਾਰਾਂ ਸਿੰਘ ਨੇ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਤੇ ਸੈਂਕੜੇ ਹੀ ਸਿੰਘ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਨੇ, ਤੇ ਅਜੇ ਵੀ ਜ਼ਬਰ ਤੇ ਜ਼ੁਲਮ ਦੇ ਬੱਦਲ ਸਾਡੀ ਮਾਣ ਮਰਿਆਦਾ ਅਤੇ ਹੋਂਦ ਨੂੰ ਖਤਮ ਕਰਨ ਲਈ ਮੰਡਰਾ ਰਹੇ ਨੇ।
ਐਸੀ ਹਾਲਤ ਵਿੱਚ ਸਮੇਂ ਦੀ ਵੱਡੀ ਲੋੜ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਤੇ ਧਰਮ ਯੁੱਧ ਮੋਰਚੇ ਦੀ ਸਫਲਤਾ ਲਈ ਉੱਦਮ ਕਰਨ ਦੀ ਹੈ। ਇਹਦੇ ਲਈ ਅਸੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਪਿਛਲੇ ਸਮੇਂ 'ਚ ਹੋਈਆਂ ਮੰਦਭਾਗੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਸਮੂਹ ਗੁਰਸਿੱਖਾਂ, ਸਿੱਖ ਜਥੇਬੰਦੀਆਂ, ਸੰਪਰਦਾਵਾਂ, ਸਭਾਵਾਂ, ਪੰਥ ਦਰਦੀਆਂ, ਸਮੂਹ ਖਾਲਸਾ ਪੰਥ ਨੂੰ ਅਪੀਲ ਕਰਦੇ ਹਾਂ ਕਿ ਉਹ ਆਪੋ ਆਪਣੇ ਮਤਭੇਦ, ਵਖਰੇਵੇਂ, ਗੁੱਸੇ ਗਿਲੇ ਲਾਂਭੇ ਰੱਖ ਕੇ ਪੰਥ ਦੀ ਚੜ੍ਹਦੀ ਕਲਾ, ਗੁਰਧਾਮਾਂ ਦੀ ਪਵਿੱਤਰਤਾ ਤੇ ਪੰਥਕ ਜਥੇਬੰਦੀਆਂ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਲਾਏ ਜਾ ਰਹੇ ਧਰਮ ਯੁੱਧ ਮੋਰਚੇ ਦੀ ਸਫਲਤਾ ਵਾਸਤੇ ਕੋਈ ਅਜਿਹੀ ਕਾਰਵਾਈ ਜਾਂ ਗੱਲ ਨਾ ਕਰਨ ਜਿਹਦੇ ਨਾਲ ਪੰਥ ਦੀ ਮਾਨ ਮਰਿਆਦਾ ਭੰਗ ਹੁੰਦੀ ਹੋਵੇ ਜਾਂ ਗੁਰਧਾਮਾਂ ਦੀ ਬੇਅਦਬੀ ਹੁੰਦੀ ਹੋਵੇ ਜਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਹਿਮਾ ਤੇ ਪਵਿੱਤਰਤਾ ਨੂੰ ਘਟਾਉਂਦੀ ਹੋਵੇ। ਦੇਗ ਚਲਾਓ, ਗੁਰੂ ਗੁਣ ਗਾਓ, ਵਸ ਰੱਖੋ ਜੇਬਾ। ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਭ ਸਾਰਿਆਂ ਨੂੰ ਸੁਮਤ ਬਖਸ਼ਣ, ਧਰਮ ਯੁੱਧ ਮੋਰਚੇ ਨੂੰ ਸਫਲ ਕਰਕੇ ਪੰਥ ਨੂੰ ਚੜ੍ਹਦੀਆਂ ਕਲਾਂ ਦੇ ਵਿੱਚ ਖੁਸ਼ੀਆਂ ਬਖਸ਼ਣ। ਇਹ ਹੁਕਮਨਾਮਾ ਉਹਨੇ ਜਾਰੀ ਕੀਤਾ। ਇਹਦੇ ਤੇ ਦਸਤਖਤ ਕੀਤੇ ਕਿਰਪਾਲ ਸਿੰਘ ਨੇ, ਸਾਹਿਬ ਸਿੰਘ ਹੈੱਡ ਗ੍ਰੰਥੀ ਨੇ। ਇਹ ਦੋਵੇਂ ਜਿਨ੍ਹਾਂ ਨੇ ਬਾਅਦ 'ਚ ਸ੍ਰੀ ਹਰਿਮੰਦਰ ਸਾਹਿਬ ਤੇ ਹਿੰਦੁਸਤਾਨ ਦੇ, ਇੰਡੀਆ ਦੇ, ਭਾਰਤ ਦੇ ਹਮਲੇ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਤੋਸ਼ਾਖਾਨਾ ਠੀਕ ਠਾਕ ਹੈ, ਕੋਠਾ ਸਾਹਿਬ ਠੀਕ ਠਾਕ ਹੈ। ਇਹਨਾਂ ਦੇ ਦਸਤਖਤ ਸਨ ਤੇ ਇਸ ਤਰੀਕੇ ਨਾਲ ਇਹ ਸੰਤਾਂ ਦੇ ਉੱਤੇ ਇੱਕ ਦਬਾਅ ਪਾਉਣ ਲਈ ਹੁਕਮਨਾਮਾ ਜਾਰੀ ਕੀਤਾ ਗਿਆ ਸੀ, ਕਿਉਂਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਸਨ ਮੰਨਦੇ ਤੇ ਅਕਾਲ ਤਖਤ ਦੀ ਮਾਣ ਮਰਿਆਦਾ ਦੀ ਉਹ ਗੱਲ ਪਹਿਲਾਂ ਹੀ ਕਰ ਚੁੱਕੇ ਸਨ ਤੇ ਇਸ ਤਰ੍ਹਾਂ ਉਹਨਾਂ ਨੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ। 5 ਸਿੰਘ ਸਾਹਿਬਾਨ ਵੱਲੋਂ ਜਿਹੜੀ ਇਹ ਅਪੀਲ ਜਾਰੀ ਕੀਤੀ ਗਈ ਹੁਕਮਨਾਮੇ ਦੇ ਰੂਪ ਦੇ ਵਿੱਚ, ਇਹਦੀ ਉਲੰਘਣਾ ਕਰਨ ਵਾਲੇ ਬੰਦੇ ਜਾਂ ਜਥੇਬੰਦੀ ਦੇ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਧਮਕੀ ਦੇ ਬਾਵਜੂਦ ਅਕਾਲ ਤਖਤ ਸਾਹਿਬ ਦਾ ਇਹ ਹੁਕਮਨਾਮਾ ਕਾਗਜ਼ੀ ਹੁਕਮਨਾਮਾ ਹੀ ਸਾਬਤ ਹੋਇਆ। ਸਿੰਘ ਸਾਹਿਬ ਸੋਚਾਂ 'ਚ ਪੈ ਗਏ ਕਿ ਉਹ ਵੀ ਦਿਨ ਸਨ ਜਦੋਂ ਉਹਨਾਂ ਦੇ ਮੂੰਹੋਂ ਨਿਕਲੇ ਹਰ ਬੋਲ ਨੂੰ ਇਲਾਹੀ ਫਰਮਾਨ ਸਮਝ ਕੇ ਮੰਨਿਆ ਜਾਂਦਾ ਸੀ ਤੇ ਅੱਜ ਇਹ ਵੀ ਦਿਨ ਨੇ ਕਿ 5 ਸਿੰਘ ਸਾਹਿਬਾਨ ਵੱਲੋਂ ਆਪਣੇ ਦਸਤਖਤਾਂ ਦੇ ਹੇਠ ਜਾਰੀ ਕੀਤੇ ਗਏ ਅਪੀਲ ਰੂਪੀ ਹੁਕਮਨਾਮੇ ਨੂੰ ਫਜ਼ੂਲ ਸਮਝ ਕੇ ਠੁਕਰਾ ਦਿੱਤਾ ਗਿਆ ਤੇ ਗਿਆਨੀ ਕਿਰਪਾਲ ਸਿੰਘ ਦੀਆਂ ਅੱਖਾਂ ਅੱਗੇ ਉਹ ਦਿਨ ਫਿਲਮ ਵਾਂਗ ਸ਼ਾਇਦ ਘੁੰਮਣ ਲੱਗ ਪਏ ਹੋਣਗੇ ਕਿ ਜਦੋਂ ਲਗਭਗ 1 ਸਾਲ ਪਹਿਲਾਂ ਉਹਨਾਂ ਵੱਲੋਂ ਮੂੰਹ ਜ਼ਬਾਨੀ ਦਿੱਤੇ ਗਏ ਸੁਝਾਅ ਨੂੰ ਕਿ ਸੰਤ ਭਿੰਡਰਾਂ ਵਾਲੇ ਸੰਤਾਂ ਨੂੰ ਸ਼ਸਤਰਧਾਰੀ ਜਥੇ ਦੀ ਅਗਵਾਈ ਕਰਦਿਆਂ ਸ੍ਰੀ ਦਰਬਾਰ ਸਾਹਿਬ 'ਚ ਮੱਥਾ ਟੇਕਣ ਵਾਸਤੇ ਨਹੀਂ ਆਉਣਾ ਚਾਹੀਦਾ, ਤਾਂ ਸੰਤਾਂ ਨੇ ਉਦੋਂ ਸਿਰ ਮੱਥੇ ਤੇ ਮੰਨ ਲਿਆ ਸੀ ਗਿਆਨੀ ਕਿਰਪਾਲ ਸਿੰਘ ਦੀ ਇਸ ਗੱਲ ਨੂੰ ਤੇ ਹਥਿਆਰ ਲੈ ਕੇ ਆਪਣੇ ਸੇਵਕਾਂ ਸਮੇਤ ਉਹ ਪ੍ਰਕਰਮਾਂ 'ਚ ਪੈਰ ਪਾਉਣਾ ਛੱਡ ਗਏ ਸੀ। ਉਹਨਾਂ ਦਿਨਾਂ 'ਚ ਸੰਤ ਭਿੰਡਰਾਂ ਵਾਲਿਆਂ ਤੇ ਉਹਨਾਂ ਦੇ ਸਾਥੀ ਪਹਿਲਾਂ ਵਾਂਗ ਹੀ ਹਥਿਆਰਬੰਦ ਹੋ ਕੇ ਆਪਣੇ ਕੈਂਪ ਆਫਿਸ ਗੁਰੂ ਨਾਨਕ ਨਿਵਾਸ 'ਚ ਬਾਹਰ ਆਉਂਦੇ ਸਨ। ਪ੍ਰਕਰਮਾਂ ਦੇ ਕੋਲ ਆ ਕੇ ਜੋੜੇ ਉਤਾਰਦੇ ਸਨ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਦੂਰੋਂ ਹੀ ਨਮਸਕਾਰ ਕਰਕੇ ਤੇ ਅਰਦਾਸ ਕਰਕੇ ਆਪਣੀ ਰਿਹਾਇਸ਼ਗਾਹ ਤੇ ਵਾਪਸ ਗੁਰੂ ਨਾਨਕ ਨਿਵਾਸ 'ਚ ਚਲੇ ਜਾਂਦੇ ਸਨ। ਇਹ ਗੱਲ ਧਿਆਨ ਦੇਣ ਵਾਲੀ ਹੈ ਜੀ। ਪਰ 15 ਦਸੰਬਰ 1983 ਤੋਂ ਬਾਅਦ ਜਿਸ ਦਿਨ ਤੋਂ ਉਹਨਾਂ ਦੇ ਤੇ ਉਹਨਾਂ ਦੇ ਸੇਵਕਾਂ ਨੇ ਗੁਰੂ ਨਾਨਕ ਨਿਵਾਸ ਤੋਂ ਕੂਚ ਕਰਕੇ ਆਪਣੀ ਰਿਹਾਇਸ਼ ਸ੍ਰੀ ਅਕਾਲ ਤਖਤ ਸਾਹਿਬ ਤੇ ਲੰਗਰ ਬਿਲਡਿੰਗ 'ਚ ਲਿਆਂਦੀ ਸੀ, ਉਹਨਾਂ ਤੇ ਉਹਨਾਂ ਦੇ ਸਮਰਥਕਾਂ ਨੇ ਸਿੰਘ ਸਾਹਿਬਾਨ ਦੀਆਂ ਲਿਖਤੀ ਅਪੀਲਾਂ ਤੇ ਦਸਤਖਤ ਕਰਨ ਵਾਲੇ ਹੁਕਮਾਂ ਦੀ ਪਰਵਾਹ ਕਰਨੀ ਛੱਡਤੀ ਸੀ। ਅਪ੍ਰੈਲ 1984 'ਚ ਸੰਤ ਭਿੰਡਰਾਂ ਵਾਲਿਆਂ ਨੇ ਇੱਕ ਪਾਸੇ ਤਾਂ ਆਪ ਪਗੜੀ ਤੇ ਟੋਪਾਂ ਦੀ ਆਖਰੀ ਲੜਾਈ ਲਈ ਐਲਾਨੇ ਜੰਗ ਕਰ ਦਿੱਤਾ ਤੇ ਦੂਜੇ ਪਾਸੇ ਆਪਣੀ ਸਹਿਯੋਗੀ ਜਥੇਬੰਦੀ ਅਕਾਲ ਫੈਡਰੇਸ਼ਨ ਦੇ ਕਨਵੀਨਰ ਭਾਈ ਕੰਵਰ ਸਿੰਘ ਨੂੰ ਧਰਮ ਦੇ ਬਾਣੇ 'ਚ ਛੁਪੇ ਧਾੜਵੀਆਂ ਦੇ ਵਿਰੁੱਧ ਸਿਧਾਂਤਕ ਹਮਲਾ ਕਰਨ ਲਈ ਹਰੀ ਝੰਡੀ ਦੇ ਦਿੱਤੀ। ਕਿਉਂਕਿ ਸੰਤਾਂ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ ਭਾਈ ਕੰਵਰ ਸਿੰਘ ਜੀ ਨੇ ਨਗਾਰੇ ਤੇ ਚੋਟ ਲਾ ਕੇ ਸਿੰਘ ਸਾਹਿਬਾਨ ਵੱਲੋਂ 30 ਅਪ੍ਰੈਲ 1984 ਨੂੰ ਅਪੀਲ ਦੇ ਨਾਮ ਤੇ ਜਾਰੀ ਕੀਤੇ ਗਏ ਹੁਕਮਨਾਮੇ ਤੇ 8 ਮਈ 1984 ਨੂੰ ਇੱਕ ਪੱਤਰ ਲਿਖ ਕੇ ਸਿੰਘ ਸਾਹਿਬਾਨ ਨੂੰ ਇੱਕ ਤਰ੍ਹਾਂ ਦੇ ਨਾਲ ਜਵਾਬੀ ਹਮਲਾ ਬੋਲ ਦਿੱਤਾ ਸੀ। ਇਸ ਪੱਤਰ ਜਿਹੜਾ ਉਹਨਾਂ ਨੇ ਜਵਾਬੀ ਹਮਲੇ ਦੇ ਰੂਪ 'ਚ ਜਾਰੀ ਕੀਤਾ ਸੀ, ਉਹਦੇ 'ਚੋਂ ਅੰਸ਼ ਜਿਹੜੇ ਲਿਖੇ ਹੋਏ ਸਨ ਜਿਨ੍ਹਾਂ 'ਚ ਭਾਈ ਕੰਵਰ ਸਿੰਘ ਨੇ ਸਿੰਘ ਸਾਹਿਬਾਨ ਦੀ ਅਪੀਲ ਦੇ ਅੱਖਰ ਨੂੰ ਸਿੱਖ ਸਿਧਾਂਤਾਂ ਦੀ ਕਸਵੱਟੀ ਤੇ ਰਗੜਿਆ, ਉਹਦੇ 'ਚੋਂ ਅਸੀਂ ਕੁਝ ਤੁਹਾਨੂੰ ਦੱਸਦੇ ਹਾਂ ਕਿਉਂਕਿ ਪੜਾਅਵਾਰ ਅੱਗੇ ਵਧਣਾ ਜ਼ਰੂਰੀ ਹੈ, ਦੱਸਣਾ ਜ਼ਰੂਰੀ ਹੈ ਕੀ ਉੱਥੇ ਘਟਨਾਵਾਂ ਹੋਈਆਂ। ਭਾਈ ਕੰਵਰ ਸਿੰਘ ਨੇ ਗਿਆਨੀ ਕਿਰਪਾਲ ਸਿੰਘ ਨੂੰ ਜਿਹੜਾ ਪੱਤਰ ਲਿਖਿਆ ਉਹਦੇ 'ਚ ਲਿਖਿਆ ਕਿ ਅੱਜ ਜਦੋਂ ਖਾਲਸਾ ਪੰਥ ਆਪਣੀ ਵਿਲੱਖਣ ਤੇ ਆਜ਼ਾਦ ਹਸਤੀ ਦੀ ਪ੍ਰਾਪਤੀ ਲਈ ਸ੍ਰੀ ਦਰਬਾਰ ਸਾਹਿਬ ਤੋਂ ਫੈਸਲਾਕੁੰਨ ਲੜਾਈ ਲੜ ਰਿਹਾ ਹੈ, ਇੱਕ ਪਾਸੇ ਕਰੋੜਾਂ ਦੀ ਗਿਣਤੀ 'ਚ ਪੰਥ ਦੋਖੀਆਂ ਤੇ ਲੱਖਾਂ ਦੀ ਗਿਣਤੀ 'ਚ ਆਧੁਨਿਕ ਹਥਿਆਰਾਂ ਨਾਲ ਲੈਸ ਸਰਕਾਰੀ ਫੌਜਾਂ ਦਾ ਘੇਰਾ ਹਰ ਹਿੱਲੇ ਹਰ ਪਲ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ
ਤੇ ਸਿੱਖੀ ਸਰੂਪ ਨੂੰ ਖਤਮ ਕਰਨ ਲਈ ਤਤਪਰ ਹੈ। ਆਪਣੇ ਸੂਈਏ ਅਤੇ ਸਾਜ਼ਿਸ਼ੀ ਸਿੱਖ ਫੌਜਾਂ 'ਚ ਛੱਡ ਕੇ ਖਾਲਸਾ ਜੀ ਤੇ ਕੋਈ ਮਾਰੂ ਹਮਲਾ ਕਰਨ ਦੀ ਉਡੀਕ 'ਚ ਹੈ। ਤੇ ਦੂਜੇ ਪਾਸੇ ਸਿੱਖ ਫੌਜਾਂ 'ਚ ਲੁਕੇ ਗੁਰਚਰਨ ਸਕੱਤਰ ਤੇ ਉਹਦੇ ਸਾਥੀਆਂ ਵਰਗੇ ਪੰਥ ਦੇ ਗਦਾਰ ਲਾਲ ਸਿੰਘ ਤੇ ਤੇਜਾ ਸਿੰਘ ਵਾਂਗ ਇੱਕ ਵਾਰ ਫੇਰ ਸਭਰਾਉਂ ਦੀ ਲੜਾਈ ਦਾ ਇਤਿਹਾਸ ਦੁਹਰਾਉਣ ਲਈ ਕਾਲੇ ਨੇ। ਉਦੋਂ ਵੀ ਉਹਨਾਂ ਪੰਥ ਦੋਖੀਆਂ ਨੇ ਪੰਥ ਦੇ ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ ਤੇ ਅਕਾਲੀ ਫੂਲਾ ਸਿੰਘ ਵਰਗੇ ਜਰਨੈਲਾਂ ਤੇ ਸਿੱਖ ਰਾਜ ਦੇ ਵਾਰਸਾਂ ਨੂੰ ਸਾਜ਼ਿਸ਼ਾਂ ਕਰਕੇ ਮਰਵਾਇਆ ਸੀ ਤਾਂ ਕਿ ਬੋਰੀਆਂ 'ਚ ਬਾਰੂਦ ਦੀ ਥਾਂ ਤੇ ਸਰੋਂ ਭਰਨ ਵੇਲੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਾ ਹੋਵੇ। ਅੱਜ ਵੀ ਇਹ ਸਾਜ਼ਿਸ਼ੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਰਗੇ ਪੰਥ ਦੀ ਜਰਨੈਲਾਂ ਨੂੰ ਮਾਰ ਮੁਕਾਉਣਾ ਚਾਹੁੰਦੇ ਨੇ ਤਾਂ ਜੋ ਪੰਥ ਨਾਲ ਬੇਰੋਕ ਟੋਕ ਮਨਮਾਨੀ ਕੀਤੀ ਜਾ ਸਕੇ ਤੇ ਆਉਣ ਵਾਲੇ ਸਮੇਂ ਲਈ ਸਿੱਖ ਕੌਮ ਨੂੰ ਮੁੜ ਤੋਂ ਗੁਲਾਮੀ ਦੀਆਂ ਡੂੰਘੀਆਂ ਖੱਡਾਂ 'ਚ ਸੁੱਟਿਆ ਜਾ ਸਕੇ। ਸਿੱਖ ਗੈਰਤ ਦਾ ਸੌਦਾ ਕਰਨ ਵਾਲੇ ਇਹਨਾਂ ਸਾਜ਼ਿਸ਼ੀਆਂ ਨੇ ਦਿੱਲੀ ਦੀ ਸਰਕਾਰ ਨੂੰ ਇੱਕ ਬੇਗੈਰਤ ਸੌਦੇਬਾਜ਼ੀ ਕਰਕੇ ਪੰਥ ਦੇ ਯੋਧਿਆਂ ਦੇ ਸਿਰ ਤੇ ਨਜ਼ਰਾਨੇ ਵਜੋਂ ਭੇਟ ਕਰਨੇ ਮੰਨ ਲਏ ਇਹਨਾਂ ਨੇ। ਸ਼ਹੀਦ ਸੁਰਿੰਦਰ ਸਿੰਘ ਸੋਢੀ ਦਾ ਕਤਲ ਐਸੇ ਸੌਦੇ ਦੀ ਪਹਿਲੀ ਕਿਸ਼ਤ ਸੀ। ਸਭ ਤੋਂ ਜ਼ਿਆਦਾ ਖਤਰਨਾਕ ਤੇ ਅਫਸੋਸਨਾਕ ਗੱਲ ਇਹ ਹੈ ਕਿ ਇਹਨਾਂ ਪੰਥ ਦੇ ਗਦਾਰਾਂ ਨੂੰ ਇੱਕ ਸਿੱਖ ਸਿਆਸੀ ਜਥੇਦਾਰ, ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਲੀਡਰਸ਼ਿਪ ਤੇ ਉਹਦੇ ਪ੍ਰਧਾਨ ਦੀ ਸਰਪ੍ਰਸਤੀ ਹਾਸਲ ਹੈ। ਲੌਂਗੋਵਾਲ ਵੱਲੋਂ ਪੰਥ ਵਿਰੋਧੀਆਂ ਨੂੰ ਦਿੱਤੀ ਪਨਾਹ ਅਤੇ ਸਰਪ੍ਰਸਤੀ ਸਿੱਖ ਪੰਥ 'ਚ ਰੋਸ, ਗੁੱਸੇ ਤੇ ਨਜ਼ਰ ਆਉਂਦੀ ਫੁੱਟ ਦਾ ਇੱਕੋ ਇੱਕ ਕਾਰਨ ਹੈ। ਆਪ ਜੀ ਨੇ ਜੋ ਅਪੀਲ ਦੇ ਨਾਮ ਤੇ ਹੁਕਮਨਾਮਾ ਜਾਰੀ ਕੀਤਾ ਹੈ ਖਾਲਸਾ ਪੰਥ ਨੂੰ, ਉਸ ਬਾਰੇ ਸਿੱਖ ਸੰਗਤਾਂ ਆਪ ਜੀ ਕੋਲ ਕੁਝ ਸ਼ੰਕੇ ਨਿਵਰਤ ਕਰਾਉਣ ਲਈ ਹਾਜ਼ਰ ਹੋਈਆਂ ਨੇ। ਬੇਸ਼ੱਕ ਇਸ ਨੂੰ ਅਪੀਲ ਕਿਹਾ ਗਿਆ ਹੈ, ਪਰ ਨਾਲ ਹੀ ਉਲੰਘਣਾ ਕਰਨ ਵਾਲੇ ਨੂੰ ਸਖਤ ਸਜ਼ਾ, ਸਖਤ ਐਕਸ਼ਨ ਦੀ ਤਾੜਨਾ ਇਸ ਦੇ ਹੁਕਮ ਹੋਣ ਬਾਰੇ ਸ਼ੱਕ ਨਹੀਂ ਰਹਿਣ ਦਿੰਦੀ। ਪੁਰਾਤਨ ਸਿੱਖ ਪਰੰਪਰਾਵਾਂ ਦੇ ਮੁਤਾਬਕ ਸਿੱਖ ਸੰਗਤਾਂ ਦੇ ਨਾਮ ਹੁਕਮਨਾਮਾ ਜਾਰੀ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸੇ ਦਾ ਇਕੱਠ ਸੱਦ ਕੇ ਗੁਰਮਤਾ ਕੀਤਾ ਜਾਂਦਾ ਹੈ। ਜੋ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਆਪਣੇ ਦਸਤਖਤਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਹੇਠ ਜਾਰੀ ਕਰਦੇ ਨੇ, ਪਰ ਇਹਦੇ 'ਚ ਅਜਿਹਾ ਬਿਲਕੁਲ ਨਹੀਂ ਹੈ ਕਿ ਆਪਣੀ ਹੀ ਤਰ੍ਹਾਂ ਦਾ ਸਿੱਖ ਇਤਿਹਾਸ 'ਚ ਪੰਜ ਸਿੰਘ ਸਾਹਿਬਾਨ ਵੱਲੋਂ ਜਾਰੀ ਕੀਤਾ ਗਿਆ ਅਪੀਲ ਦੇ ਨਾਮ ਤੇ ਹੁਕਮਨਾਮਾ ਹੈ, ਜਿਹੜਾ ਪੁਰਾਤਨ ਸਿੱਖੀ ਪਰੰਪਰਾਵਾਂ ਦੇ ਅਨੁਸਾਰ ਜਾਰੀ ਨਹੀਂ ਕੀਤਾ ਗਿਆ, ਤੇ ਇਹ ਇੱਕ ਨਵੀਂ ਪਰੰਪਰਾ ਤੋੜਨ ਵਾਲੀ ਗੱਲ ਹੈ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਇਹ ਹੁਕਮ ਖਾਲਸਾ ਪੰਥ ਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਂਦਾ ਹੈ ਜਾਂ ਪੰਥ ਦੋਖੀਆਂ ਤੇ ਮਨਮਤੀਆਂ ਨੂੰ ਸੁਰੱਖਿਆ ਤੇ ਉਤਸ਼ਾਹ ਮਿਲਣ ਦਾ ਕਾਰਨ ਬਣਦਾ। ਸੋ ਇਸ ਤਰੀਕੇ ਨਾਲ ਭਾਈ ਕੰਵਰ ਸਿੰਘ ਨੇ ਉਸ ਹੁਕਮਨਾਮੇ ਦਾ ਜਵਾਬ ਦਿੱਤਾ। ਤਾਂ ਉਹਨਾਂ ਨੇ ਅੱਗੇ ਵੀ ਕਿਹਾ ਕਿ ਤੁਹਾਡਾ ਹੁਕਮ ਹੈ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੰਪਲੈਕਸ ਅੰਦਰ ਕੋਈ ਬੰਦਾ ਆਪਣੇ ਵੱਲੋਂ ਕਿਸੇ ਕਿਸਮ ਦੀ ਫਾਇਰਿੰਗ ਨਾ ਕਰੇ। ਅਜਿਹਾ ਹੁਕਮ ਕਰਕੇ ਆਪਨੇ ਇੱਕ ਤਰ੍ਹਾਂ ਦਰਬਾਰ ਸਾਹਿਬ ਤੇ ਕਿਸੇ ਹਮਲੇ ਦਾ ਮੁਕਾਬਲਾ ਕਰਨ ਤੇ ਵੀ ਪਾਬੰਦੀ ਲਾਈ ਹੈ, ਕਿਉਂਕਿ ਆਧੁਨਿਕ ਹਥਿਆਰਾਂ ਨਾਲ ਲੈਸ ਸਰਕਾਰੀ ਫੌਜਾਂ ਦਾ ਬਿਨਾਂ ਫਾਇਰਿੰਗ ਕੀਤਿਆਂ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ। ਹੁਣ ਸਾਨੂੰ ਪਤਾ ਲੱਗਾ ਕਿ ਜਿਹੜਾ ਹੁਕਮਨਾਮਾ ਗਿਆਨੀ ਕਿਰਪਾਲ ਸਿੰਘ ਨੇ ਉਦੋਂ ਜਾਰੀ ਕੀਤਾ, ਇਹ ਹੁਕਮਨਾਮਾ ਦਿੱਲੀ ਦੀ ਸਰਕਾਰ ਵੱਲੋਂ, ਹਿੰਦੂ ਸਰਕਾਰ ਵੱਲੋਂ, ਇੰਦਰਾ ਗਾਂਧੀ ਵੱਲੋਂ ਲੌਂਗੋਵਾਲ ਦੇ ਰਾਹੀਂ ਹੁਕਮ ਜਾਰੀ ਕਰਵਾਇਆ ਗਿਆ ਸੀ, ਤਾਂ ਕਿ ਜਦੋਂ ਉਹ ਦਰਬਾਰ ਸਾਹਿਬ 'ਚ ਫੌਜ ਦਾਖਲ ਹੋਵੇ ਤੇ ਅੰਦਰੋਂ ਕੋਈ ਗੋਲੀ ਨਾ ਚੱਲੇ। ਇਹ ਸਾਜ਼ਿਸ਼, ਇਸ ਸਕੀਮ ਦੇ ਹੇਠੋਂ ਜੇ ਅਸੀਂ ਇਤਿਹਾਸ ਪੜ੍ਹਾਂਗੇ ਪੁਰਾਣਾ, ਜੇ ਅਸੀਂ ਇਤਿਹਾਸ ਬਾਰੇ ਵਿਚਾਰ ਵਟਾਂਦਰਾ ਕਰਾਂਗੇ ਤਾਂ ਆਪਣੇ ਆਪ ਹੀ ਪਰਦੇ ਚੁੱਕੇ ਜਾਂਦੇ ਨੇ। ਤਾਂ ਇੱਥੋਂ ਪਤਾ ਲੱਗਦਾ ਹੈ ਕਿ ਜਿਹੜਾ ਗਿਆਨੀ ਕਿਰਪਾਲ ਸਿੰਘ ਨੇ ਇਹ ਹੁਕਮਨਾਮਾ ਜਾਰੀ ਕੀਤਾ ਸੀ, ਉਸ ਦੇ ਵਿੱਚੋਂ ਇਹ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਇਹ ਹੁਕਮਨਾਮਾ ਕੇਂਦਰੀ ਏਜੰਸੀਆਂ ਵੱਲੋਂ ਇੰਦਰਾ ਗਾਂਧੀ ਦੇ ਕਹਿਣ ਦੇ ਉੱਤੇ ਸੰਤ ਲੌਂਗੋਵਾਲ ਦੇ ਰਾਹੀਂ ਕਰਵਾਇਆ ਗਿਆ ਸੀ ਜਾਰੀ। ਇੱਥੇ ਅਸੀਂ ਸਾਫ਼-ਸਾਫ਼ ਦੇਖ ਸਕਦੇ ਹਾਂ। ਤੇ ਅੱਗੇ ਗੱਲ ਹੁੰਦੀ ਹੈ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਅਕਾਲ ਤਖਤ ਦੇ ਸਾਹਮਣੇ ਤੇ ਦਰਬਾਰ ਸਾਹਿਬ ਦੇ ਪਵਿੱਤਰ ਵਾਤਾਵਰਣ 'ਚ ਸ਼ਸਤਰਾਂ ਦੀ ਸਿਖਲਾਈ ਦਿੱਤੀ ਜਾਂਦੀ ਰਹੀ ਹੈ। ਇਹਦੇ ਲਈ ਸ਼ਸਤਰਾਂ ਦੀ ਸਿਖਲਾਈ ਤੇ ਪਰਖ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਨਹੀਂ ਹੋਈ ਤੇ ਸਮੇਂ-ਸਮੇਂ ਤੇ ਹਥਿਆਰਾਂ ਦੇ ਨਾਲ ਦਰਬਾਰ ਸਾਹਿਬ ਦੀ ਰਾਖੀ ਕੀਤੀ ਹੈ ਸਿੰਘਾਂ ਨੇ ਸ਼ਸਤਰਾਂ ਦੇ ਨਾਲ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾ ਹੁਕਮਨਾਮਾ ਸਿੱਖ ਸੰਗਤਾਂ ਨੂੰ ਜਾਰੀ ਕੀਤਾ ਸੀ, ਜਿਹੜਾ ਕੀ ਸੀ ਉਹਦੇ 'ਚ ਭਾਈ ਕੰਵਰ ਸਿੰਘ ਲਿਖਦੇ ਨੇ ਕਿ ਉਹ ਸ਼ਸਤਰਬੰਦ ਹੋਣ ਤੇ ਸ਼ਸਤਰ ਭੇਟਾ ਲੈ ਕੇ ਆਉਣ ਲਈ ਸੀ ਹੁਕਮਨਾਮਾ। ਪਹਿਲਾ ਹੁਕਮਨਾਮਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁੰਦਾ ਉਹ ਹਥਿਆਰਾਂ ਲਈ ਸੀ ਕਿ ਸਿੰਘ ਹੁਣ ਮਾਇਆ ਭੇਟ ਨਾ ਕਰਨ, ਹਥਿਆਰ ਭੇਟ ਕਰਿਆ ਕਰਨ, ਹੁਣ ਘੋੜੇ ਭੇਟ ਕਰਿਆ ਕਰਨ। ਗੁਰੂ ਇਤਿਹਾਸ ਦੀ ਰੋਸ਼ਨੀ 'ਚ ਉਸੇ ਅਕਾਲ ਤਖਤ ਤੋਂ ਗਿਆਨੀ ਕਿਰਪਾਲ ਸਿੰਘ ਜੀ, ਤੁਹਾਡੇ ਵੱਲੋਂ ਸ਼ਸਤਰਾਂ ਦੀ ਵਰਤੋਂ ਤੇ ਪਾਬੰਦੀ ਗੁਰੂ ਆਸ਼ੇ ਤੇ ਆਦੇਸ਼ਾਂ ਦੇ ਉਲਟ ਹੈ। ਆਪ ਜੀ ਦਾ ਹੁਕਮ ਕਿ ਕਿਸੇ ਬੰਦੇ ਦੇ ਮਾਰਨ ਕੁੱਟਣ, ਤਸੀਹੇ ਦੇਣ ਤੇ ਤਸ਼ੱਦਦ ਕਰਨ ਤੋਂ ਹਰ ਬੰਦੇ ਨੂੰ ਰੋਕਿਆ ਜਾਵੇ
ਇਹ ਹੁਕਮ ਤੇ ਵਿਚਾਰ ਇਹ ਬਣਦਾ ਕਿ ਸੰਤ ਸਿਪਾਹੀ ਖਾਲਸਾ ਜੀ ਲਈ ਜਿੱਥੇ ਗੁਰਦੁਆਰਾ ਸਾਹਿਬਾਨ, ਸਿਮਰਨ ਅਤੇ ਸੇਵਾ ਸਥਾਨ ਨੇ, ਉੱਥੇ ਜ਼ੁਲਮ ਅਤੇ ਜ਼ਬਰ ਨਾਲ ਟੱਕਰ ਲੈਣ ਲਈ ਕਿਲੇ ਵੀ ਨੇ। ਅੱਜ ਜਦੋਂ ਦਰਬਾਰ ਸਾਹਿਬ ਜੀ ਦੀ ਫੈਸਲਾਕੁੰਨ ਜੰਗ ਦੀ ਸਰਗਰਮੀ ਦਾ ਕੇਂਦਰ ਹੈ, ਤਾਂ ਜਦੋਂ ਖਾਲਸਾ ਜੀ ਦੀ ਕਿਲੇਬੰਦੀ ਅਤੇ ਖਾਲਸਾਈ ਫੌਜਾਂ ਦਾ ਭੇਤ ਲੈਣ ਲਈ ਸਰਕਾਰ ਦੇ ਸੂਈਏ ਅਤੇ ਸਾਜ਼ਿਸ਼ੀ ਸਰਗਰਮੇ ਉਹਨਾਂ ਨੂੰ ਫੜ ਕੇ ਸਖਤੀ ਨਾਲ ਪੁੱਛਗਿੱਛ ਨਾ ਕਰਕੇ ਕੀ ਉਹਨਾਂ ਨੂੰ ਭੇਤ ਲੈ ਕੇ ਜਾਣ ਦਿੱਤਾ ਜਾਵੇ? ਇਸ ਤਰ੍ਹਾਂ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਪੰਥਕ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ? ਅਜਿਹੇ ਬੰਦਿਆਂ ਨੂੰ ਢਿੱਲ ਦੇਣ ਨਾਲ ਉਹਨਾਂ ਨੂੰ ਉਤਸ਼ਾਹ ਮਿਲੇਗਾ ਤੇ ਅੱਜ ਤੱਕ ਉਹਨਾਂ ਨਾਲ ਸਖਤੀ ਵਰਤ ਕੇ ਹੀ ਖਾਲਸਾ ਪੰਥ ਨੂੰ ਹੋਣ ਵਾਲੇ ਬੇਹੱਦ ਨੁਕਸਾਨ ਤੋਂ ਬਚਾਇਆ ਗਿਆ ਸੀ। ਇਤਿਹਾਸ ਗਵਾਹ ਹੈ ਕਿ ਪੰਥ ਧਰੋਹੀ ਤੇ ਸਾਜ਼ਿਸ਼ੀ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਮਤੇ ਕਰਕੇ ਸੋਧੇ ਜਾਂਦੇ ਰਹੇ ਨੇ। ਭਾਈ ਤਾਰਾ ਸਿੰਘ ਡਲਵਾਂ, ਉਹਨਾਂ ਦੀ ਸ਼ਹੀਦੀ ਦੀ ਘਟਨਾ ਨੂੰ ਸਿੰਘਾਂ ਨੇ ਚੈਲੰਜ ਮੰਨ ਕੇ ਸਰਬੱਤ ਖਾਲਸੇ ਦਾ ਇਕੱਠ ਸੱਦ ਕੇ ਭਾਈ ਮਨੀ ਸਿੰਘ ਜੀ ਦੀ ਜਥੇਦਾਰੀ ਸਮੇਂ ਗੁਰਮਤਾ ਕੀਤਾ ਕਿ ਹਕੂਮਤ ਦੇ ਸਹਾਇਕਾਂ ਤੇ ਖੁਸ਼ਾਮਦੀਆਂ ਦੀ ਪੂਰੀ ਸੁਧਾਈ ਕੀਤੀ ਜਾਵੇ। ਫਿਰ 22 ਅਕਤੂਬਰ 1761 ਦੀ ਦੀਵਾਲੀ ਦੇ ਮੌਕੇ ਤੇ ਗੁਰਮਤਾ ਕੀਤਾ ਕਿ ਅਬਦਾਲੀ ਦੇ ਜਿੰਨੇ ਵੀ ਸਹਾਇਕ ਤੇ ਸੂਈਏ ਨੇ, ਉਹਨਾਂ ਸਾਰਿਆਂ ਨੂੰ ਸੋਧਿਆ ਜਾਵੇ। ਪੁਰਾਤਨ ਸਿੱਖ ਪਰੰਪਰਾਵਾਂ ਦੀ ਰੌਸ਼ਨੀ 'ਚ ਅੱਜ ਦੇ ਪੰਥ ਧਰੋਈਆਂ ਤੇ ਸਾਜ਼ਿਸ਼ੀਆਂ ਨੂੰ ਸੋਧਣਾ ਸਿੱਖੀ ਪਰੰਪਰਾਵਾਂ ਦੇ ਅਨੁਕੂਲ ਹੋਏਗਾ ਤੇ ਪੁਰਾਤਨ ਸਮੇਂ ਤੋਂ ਸਿੱਖ ਇਤਿਹਾਸ 'ਚ ਚੱਲੀ ਆਉਂਦੀ ਪੰਥ ਧਰੋਈਆਂ ਤੇ ਸੂਈਆ ਸਾਜ਼ਿਸ਼ੀਆਂ ਨੂੰ ਸੋਧਣ ਦੀ ਪਰੰਪਰਾ ਅੱਜ ਕਿਵੇਂ ਵੀ ਗਲਤ ਨਹੀਂ ਹੋ ਸਕਦੀ। ਤੁਸੀਂ ਜਿਹੜਾ ਹੁਕਮ ਦਿੱਤਾ ਸੀ ਕਿ ਇਸ ਕੰਪਲੈਕਸ ਦੇ ਸਾਰੇ ਏਰੀਆ ਅੰਦਰ ਕਿਸੇ ਢੰਗ ਨਾਲ ਵੀ ਕਿਸੇ ਬੰਦੇ ਦੀ ਹੱਤਿਆ ਨਾ ਕੀਤੀ ਜਾਵੇ, ਤਾਂ ਉਹਦਾ ਜਵਾਬ ਇਹ ਹੈ ਕਿ ਕਿਸੇ ਬੰਦੇ ਦੀ ਪਰਿਭਾਸ਼ਾ 'ਚ ਹਮਲਾਵਰ ਪੰਥ ਧਰੋਈ ਮੱਸੇ ਰੰਗੜ ਤੇ ਮਸੰਦ ਵੀ ਸ਼ਾਮਲ ਨੇ। ਦਸ਼ਮੇਸ਼ ਪਿਤਾ ਵੱਲੋਂ ਮਸੰਦਾਂ ਨੂੰ ਗੁਰਦੁਆਰਾ ਸਾਹਿਬ ਦੇ ਪਵਿੱਤਰ ਵਾਤਾਵਰਣ 'ਚ ਤੇਲ ਦੇ ਕੜਾਹਿਆਂ 'ਚ ਤਲ ਕੇ ਜਿਉਂਦੇ ਸਾੜਨ ਦੇ ਨਾਲ ਤੇ ਮੱਸੇ ਰੰਗੜ ਨੂੰ ਸ੍ਰੀ ਦਰਬਾਰ ਸਾਹਿਬ 'ਚ ਹੀ ਸੋਧਣ ਦੇ ਨਾਲ ਇਹਨਾਂ ਗੁਰੂ ਅਸਥਾਨਾਂ ਦੀ ਪਵਿੱਤਰਤਾ ਭੰਗ ਨਹੀਂ ਸੀ ਹੋਈ, ਬਲਕਿ ਦਰਬਾਰ ਸਾਹਿਬ ਦੀ ਧਰਤੀ ਦੇ ਚੱਪੇ ਦੀ ਪਵਿੱਤਰਤਾ ਖਾਲਸਾ ਜੀ ਨੇ ਜਾਬਰਾਂ ਦੇ ਆਹੂ ਲਾ ਕੇ ਤੇ ਆਪਣਾ ਲਹੂ ਡੋਲ ਕੇ ਹੀ ਕਾਇਮ ਰੱਖੀ ਹੈ। ਗੁਰੂ ਇਤਿਹਾਸ ਦੀ ਦੁਸ਼ਟਾਂ ਨੂੰ ਸੋਧ ਕੇ ਗੁਰੂ ਅਸਥਾਨਾਂ ਦੀ ਪਵਿੱਤਰਤਾ ਕਾਇਮ ਰੱਖਣ ਦੀ ਪਰੰਪਰਾ ਅੱਜ ਕਿਸ ਤਰ੍ਹਾਂ ਗਲਤ ਹੋ ਗਈ ਕਿਰਪਾਲ ਸਿੰਘ ਜੀ? ਤੇ ਅੱਜ ਦੇ ਮਸੰਦਾਂ ਨੂੰ ਤਪਦੇ ਕੜਾਹਿਆਂ 'ਚ ਪਾ ਕੇ ਸੋਧਣਾ ਕਿਵੇਂ ਗਲਤ ਹੋਏਗਾ? ਤੇ ਆਪ ਵੱਲੋਂ ਹੁਕਮ ਕੀਤਾ ਗਿਆ ਕਿ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਬੰਦ ਕੀਤੀ ਜਾਵੇ ਜਿਸ ਤੋਂ ਧੜੇਬੰਦੀ ਦਾ ਪ੍ਰਗਟਾਵਾ ਹੁੰਦਾ ਹੋਵੇ ਜਾਂ ਜਿਹਦੇ ਨਾਲ ਮਤਭੇਦ ਵਧਣ ਦਾ ਡਰ ਹੋਵੇ ਤੇ ਜਿਹੜਾ ਫੁੱਟ ਦਾ ਕਾਰਨ ਬਣੇ। ਉਹਦਾ ਵਿਚਾਰ ਹੈ ਕਿ ਜਾਤੀ ਮਤਭੇਦਾਂ ਨੂੰ ਲੈ ਕੇ ਕੀਤੀ ਜਾਂਦੀ ਬਿਆਨਬਾਜ਼ੀ ਜਿਹੜੀ ਧੜੇਬੰਦੀ ਤੇ ਫੁੱਟ ਦਾ ਕਾਰਨ ਬਣਦੀ ਹੈ, ਨਿੰਦਣਯੋਗ ਹੈ, ਅਸੀਂ ਵੀ ਮੰਨਦੇ ਹਾਂ। ਪਰ ਪੰਥ ਵਿੱਚ ਉੱਭਰ ਕੇ ਸਾਹਮਣੇ ਆ ਰਹੀ ਫੁੱਟ ਦਾ ਕਾਰਨ ਸਿਧਾਂਤਕ ਮਤਭੇਦ ਨੇ, ਜਿਹੜੇ ਗਾਂਧੀਵਾਦੀ ਸ਼ਾਂਤਮਈ ਸੱਤਿਆਗ੍ਰਹਿ ਤੇ ਦਸ਼ਮੇਸ਼ ਪਿਤਾ ਦੇ ਹਥਿਆਰਬੰਦ ਘੋਲ ਦੇ ਸਿਧਾਂਤ ਦੇ ਟਕਰਾਅ ਤੋਂ ਪੈਦਾ ਹੋਏ ਨੇ। ਕੀ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਧੜੇ ਨੂੰ ਨਾ ਭਾਉਂਦਾ ਸਿੱਖੀ ਸਿਧਾਂਤ ਦਾ ਪ੍ਰਚਾਰ ਜੋ ਮਤਭੇਦ ਵਧਾ ਰਿਹਾ ਬੰਦ ਕਰ ਦਿੱਤਾ ਜਾਵੇ? ਤੇ ਤੁਹਾਡਾ ਵਿਚਾਰ ਹੈ ਕਿ ਐਸੇ ਉਪਾਅ ਕੀਤੇ ਜਾਣ ਜਿਹਦੇ ਨਾਲ ਪੰਥਕ ਜਥੇਬੰਦੀ ਨੂੰ ਤਾਕਤ ਮਿਲੇ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ? ਤਾਂ ਇਹ ਵਿਚਾਰ ਹੈ ਸਾਡਾ ਕਿ ਇਹ ਉਪਾਅ ਜ਼ਰੂਰੀ ਹੋਣੇ ਚਾਹੀਦੇ ਨੇ ਤੇ ਆਪ ਜੀ ਦੇ ਕਰਨ ਗੋਚਰੇ ਨੇ, ਤੁਹਾਨੂੰ ਕਰਨੇ ਚਾਹੀਦੇ ਨੇ। ਇਹ ਗਾਂਧੀ ਦੇ ਅਸਰ ਥੱਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਬੂਲਿਆ ਸਿੱਖੀ ਸਿਧਾਂਤ ਦੇ ਉਲਟ ਮਨਮਤ ਦਾ ਸ਼ਾਂਤਮਈ ਸਿਧਾਂਤ ਤੇ ਕੁੱਟ ਖਾਣ, ਮਰਨ ਵਰਤ ਰੱਖਣ, ਅਗਨ ਕੁੰਡ ਬਣਾ ਕੇ ਸੜ ਮਰਨ, ਜ਼ਬਰ ਦੇ ਖਿਲਾਫ ਸ਼੍ਰੀ ਸਾਹਿਬ ਕਿਰਪਾਨ ਹੱਥ ਵਿੱਚ ਲੈ ਕੇ ਜੂਝਣ ਦੀ ਥਾਂ ਤੇ ਭਾਰੀ ਗਿਣਤੀ 'ਚ ਸੱਤਿਆਗ੍ਰਹੀ ਜਥੇ ਬਣਾ ਕੇ ਸਰਕਾਰੀ ਫੌਜਾਂ ਅੱਗੇ ਆਤਮ ਸਮਰਪਣ ਕਰਨ ਦਾ ਰੁਝਾਨ ਹੈ ਜਿਹੜਾ ਖਤਰਨਾਕ, ਇਹ ਸਿੱਖ ਕੌਮ ਲਈ ਫੁੱਟ ਤੇ ਜਲਾਲਤ ਦਾ ਕਾਰਨ ਬਣਦਾ ਜਾ ਰਿਹਾ। ਤੇ ਐਸੇ ਰੁਝਾਨ ਸਦਕਾ ਹੀ ਸਾਰੀ ਲੁਕਾਈ ਨੂੰ ਜ਼ੁਲਮ ਤੋਂ ਬਚਾਉਣ ਦਾ ਸੰਕਲਪ ਲੈ ਕੇ ਜਨਮੀ ਤੇ ਬੀਤੇ ਸਮੇਂ 'ਚ ਸਾਰੇ ਹਿੰਦੁਸਤਾਨ ਦੀਆਂ ਧੀਆਂ ਦੀ ਇੱਜ਼ਤ ਬਚਾਉਣ ਵਾਲੀ ਸਿੱਖ ਕੌਮ ਹਰਿਆਣੇ ਤੇ ਹੋਰ ਕਈ ਥਾਵਾਂ ਤੇ ਆਪਣੀਆਂ ਹੀ ਧੀਆਂ ਦੀ ਇੱਜ਼ਤ ਨਹੀਂ ਬਚਾ ਸਕੀ। ਗਿਆਨੀ ਕਿਰਪਾਲ ਸਿੰਘ ਜੀ ਧਿਆਨ ਦੇਵੋ, ਗੁਰੂ ਜੀ ਦੇ ਫਰਮਾਨ ਚੂੰ ਕਰ ਅਜ਼ਹਮਾ ਹੀਲ ਤੇ ਦਰਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ। ਸੋ ਅੱਜ ਇਸ ਦੇ ਨਾਲ ਹੀ ਮਰਦੇ ਮੁਜਾਹਿਦ ਪ੍ਰੋਗਰਾਮ ਦਾ ਭਾਗ 7ਵਾਂ ਅਸੀਂ ਇੱਥੇ ਖਤਮ ਕਰਦੇ ਹਾਂ। Jaina,